वाहिगुरु जी सतनाम श्री वाहिगुरु। दिल हो मोहब्बत जिना, दिल हो मोहब्बत जिना, सेरी सच्चिया जिन मन होर मुख होर, से खंड कच्चिया रते इश्क खुदाए, रंग दीदार के विसरिया जिन नाम, ते भोए पार्थिए आप लिए लड़ लाए, दर्द वेश से जना तन जैंदी माओ आए सफर से, पर रुदगार पर गम बेअंत को, जिना पछाता सच चुमा पैरों, तेरी पन्ह खुदाए तू बसंदगी, शेख बुरी खैर दी जबंदगी, प्यारे जो संगी है तेरो हर जग गाए, जो संगी है तेरो हर जग गाए,
असुर बीत हो जात है कहो मान ला मेरो संपत रथ तन राज हथने हो लगायो काल पास जब गल करी सब भयो परायो जान बूझ के बावरे मन जानत सब बात मन जानत सब बात जानत ही अवगुण करे काहे की कुशला हाथ दीप कुए परे जान बूझ के बावरे कहीं काज बिगाड़ियो पाप कर्त सुखियो नहीं पाप कर्त सुखियो नहीं गर्भ निवारियो जे वेद गुरु उपदेशया सो सुन रे पाई नानक कहत पुकार कर बहु प्रभु सरनाई प्यारे जो संगी है
ਸਾਧ ਸੰਗਤ ਸਾਰੇ ਪ੍ਰੇਮੀ ਬਿਹਾਰਾਂ ਨੂੰ ਛੱਡਦੇ ਹੋਏ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪਹੁੰਚੇ ਹਾਂ। ਆਓ ਆਪਣੇ ਗੁਰੂ ਨੂੰ ਨਮਸਕਾਰ ਕਰਦਿਆਂ ਹੋਇਆਂ ਬੀਬੀਆਂ ਖੱਬੇ ਹੱਥ ਮੁੜੀ ਜਾਓ, ਭਾਈ ਸੱਜੇ ਹੱਥ ਮੁੜੀ ਜਾਓ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜੇ ਇੱਧਰਲੇ ਪਾਸੇ ਨਹੀਂ ਜਗ੍ਹਾ ਤਾਂ ਇੱਧਰ ਲੰਗਰ ਕੰਨੀ ਦੇ ਪਾਸੇ ਨਾਲੇ ਸਪੀਕਰ ਲੱਗੇ ਹੋਏ ਨੇ, ਸਭ ਕੁਛ ਇਸੇ ਤਰ੍ਹਾਂ ਹੀ ਸੁਣਦਾ ਹੈ। ਉਹ ਭਾਵ ਤਾਂ ਸਾਡਾ ਲਾਭ ਉਠਾਉਣ ਦਾ, ਨਾ ਜਗ੍ਹਾ ਨਾਲ ਸੰਬੰਧ ਹੈ ਕੋਈ, ਨਾ ਸਾਡਾ ਕੋਈ ਸਰੀਰ ਨਾਲ ਵੀ ਸੰਬੰਧ ਨਹੀਂ ਹੈ। ਔਰ ਇਸ ਤਰ੍ਹਾਂ ਲਾਭ ਉਠਾਉਣ ਦੀ ਕੋਸ਼ਿਸ਼ ਕਰਿਆ ਕਰੋ। ਆਓ ਗੁਰਮੁਖੋ, ਇਹ ਜਿਹੜਾ ਜੀਵ ਹੈ ਨਾ, ਜੀਵ ਇਹ ਬਹੁਤ ਜਨਮਾਂ ਦਾ ਭਟਕਦਾ ਫਿਰਦਾ, ਇਹ ਵਿਸਰਾਮ ਨੂੰ ਪ੍ਰਾਪਤ ਨਹੀਂ ਹੁੰਦਾ ਹੈ। ਜਦ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਸੇਵਾ ਪਰਉਪਕਾਰ ਕਰੇਗਾ ਤਾਂ ਜਿਹੜੇ ਇਸ ਦੇ ਮਨ ਨੂੰ ਮੱਲ ਲੱਗੀ ਹੋਈ ਹੈ ਉਹ ਹੌਲੀ ਹੌਲੀ ਧੋਣੀ ਸ਼ੁਰੂ ਹੋਵੇਗੀ। ਮਨ ਸਾਫ਼ ਤੇ ਸ਼ੁੱਧ ਹੋ ਜਾਏਗਾ। ਸਾਫ਼ ਤੇ ਸ਼ੁੱਧ ਮਨ ਫਿਰ ਟਿਕ ਜਾਵੇਗਾ। ਟਿਕੇ ਦੇ ਟਿਕੇ ਮਨ ਦੇ ਵਿੱਚ ਫਿਰ ਜੋ ਨਿਰਗੁਣ ਵਾਹਿਗੁਰੂ ਹੈ ਨਾ, ਉਸ ਦਾ ਭਾਸ ਪਵੇਗਾ। ਕਿਸ ਤਰ੍ਹਾਂ ਭਾਸ ਪਵੇਗਾ? ਜਿਸ ਤਰ੍ਹਾਂ ਪਾਣੀ ਹੈ, ਪਾਣੀ ਜੇ ਤਾਂ ਉੱਤੇ ਕਾਈ ਹੋਵੇ, ਜਿਹਨੂੰ ਆਪਾਂ ਬੂਰ ਸਵਾਲ ਵੀ ਕਿਹਾ ਜਾਂਦਾ,
ਤਾਂ ਉਸ ਦੇ ਵਿੱਚ ਹੀ ਚਿਹਰਾ ਨਹੀਂ ਦੀਂਦਾ। ਪਾਣੀ ਦਾ ਕੋਈ ਕਸੂਰ ਨਹੀਂ, ਕਸੂਰ ਆ ਜਿਹੜੇ ਉੱਤੇ ਕਾਈ ਆਈ ਹੋਈ ਹੈ। ਜਦ ਉਹ ਪਾਣੀ ਦੀ ਕਾਈ ਤੇ ਹਿੱਲਣਪਣਾ ਜਿਹੜਾ ਉਹ ਹਟ ਜਾਏਗਾ ਨਾ, ਸਾਫ਼ ਤੇ ਟਿਕੇ ਪਾਣੀ ਦੇ ਵਿੱਚ ਚਿਹਰਾ ਜਿਉਂ ਕਾ ਤਿਉਂ ਦਿਸੇਗਾ। ਇਸੇ ਤਰ੍ਹਾਂ ਹੀ ਜਦ ਇਸ ਸਰੀਰ ਦੇ ਸੰਬੰਧ ਕਰਕੇ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਕਰੇਗਾ ਤਾਂ ਇਸ ਦਾ ਮਨ ਸਾਫ਼ ਤੇ ਸੁੱਧ ਹੋਣਾ ਸ਼ੁਰੂ ਹੋ ਜਾਏਗਾ। ਜਿਸ ਤਰ੍ਹਾਂ ਕੱਪੜਾ ਹੁੰਦਾ, ਮੈਲ ਪੈਣ ਤੋਂ ਚਟਿਆਈ ਛਿਪ ਜਾਂਦੀ ਹੈ, ਜਾਣੀ ਉਹ ਮੈਲ ਹੈ ਨਾ ਜਿਹੜੀ, ਉਹ ਕੱਪੜੇ ਦੀ ਚਟਿਆਈ ਨੂੰ ਢੱਕ ਲੈਂਦੀ ਹੈ, ਤਾਂ ਫਿਰ ਉਹ ਚਟਿਆਈ ਦਿਖਣੋਂ ਹਟ ਜਾਂਦੀ ਹੈ। ਚਟਿਆਈ ਕਿਤੇ ਗਈ ਨਹੀਂ, ਚਟਿਆਈ ਜਿਉਂ ਕਿ ਤਿਉਂ ਹੈ। ਉਹ ਮਲ ਰੂਪੀ ਉਹਦੇ 'ਚ ਦੋਸ਼ ਪੈ ਗਿਆ, ਇਸ ਕਰਕੇ ਉਹ ਦਿਖਣੋਂ ਹਟ ਗਈ। ਜੇ ਫਿਰ ਉਸ ਨੂੰ ਦੇਖਣਾ ਹੋਵੇ ਚਟਿਆਈ ਨੂੰ, ਜਾਣੀ ਰੀੜਾ ਸਾਫ਼ ਕਰਨਾ ਹੋਵੇ, ਫਿਰ ਸਾਧਨ ਕਰਨਾ ਪਵੇਗਾ, ਉਪਚਾਰ ਉਪਾਅ ਕਰਨਾ ਪਵੇਗਾ। ਉਹ ਕੀ ਹੈ? ਸੱਜੀ ਸੋਡਾ ਤੇ ਸਾਬਣ ਜਾਦੇ ਉਸ ਲੀੜੇ ਨੂੰ ਲਾ ਕੇ ਹੌਲੀ ਹੌਲੀ ਜੁਗਤੀ ਦੁਆਰਾ, ਜੇ ਬਗੈਰ ਪਾਣੀ ਤੇ ਸਾਬਣ ਮੜੀ ਜਾਓ ਕਦੇ ਚਟਿਆਈ ਨਿਕਲ ਆਵੇਗੀ। ਇਹ ਹਰ ਇੱਕ ਵਸਤੂ ਕਿਸੇ ਅਸੂਲ ਦੁਆਰਾ ਪ੍ਰਾਪਤ ਹੋਣੀ ਹੈ, ਇਵੇਂ ਜਿਵੇਂ ਪਰਮੇਸ਼ਰ ਨੇ ਪ੍ਰਗਟ ਹੋਣਾ। ਜਾਣੀ ਭੇਦ ਅਵਸਥਾ ਨੇ ਜਿਹੜੀ ਸਿੱਖ ਦੀ, ਇਹ ਵੀ ਜੁਗਤੀ ਦੁਆਰਾ ਹੀ ਪ੍ਰਗਟ ਹੋਵੇਗੀ, ਐਵੇਂ ਨਹੀਂ ਹੋਣੀ। ਫਿਰ ਉਸ ਨੂੰ ਗਰਮ ਪਾਣੀ ਨਾਲ ਕੁੱਟ ਕੇ ਗਾਲ ਹੌਲੀ 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 ਕਰਦਿਆਂ ਤਾਂ ਜਿਹੜੀ ਉਹ ਮੈਲ ਸਾਰੀ ਦੂਰ ਹੋ ਜਾਵੇਗੀ। ਉਹ ਜਿਹੜੀ ਚਟਿਆਈ ਹੈ ਨਾ ਕੱਪੜੇ ਦੀ, ਜਿਉਂ ਕਿ ਤਿਉਂ ਪਾਸਣ ਲੱਗ ਜਾਵੇਗੀ। ਇਸੇ ਤਰ੍ਹਾਂ ਹੀ ਦੱਸਿਆ ਜਿਹੜਾ ਮਨ ਹੈ ਨਾ, ਆਪਣਾ ਮਨ, ਇਸ ਦੇ ਬਹੁਤ ਨਾਮ ਦੱਸੇ ਨੇ ਗੁਰਬਾਣੀ ਦੇ ਅੰਦਰ। ਇਸ ਨੂੰ ਵੀ 3 ਦੋਸ਼ ਨੇ ਇਸ ਦੇ ਵਿੱਚ। ਪਹਿਲਾ ਤਾਂ ਮਲ ਦੋਸ਼ ਹੈ, ਫਿਰ ਵਿਖੇਪ ਹੈ, ਫਿਰ ਵਰਣ ਦੋਸ਼ ਹੈ। ਹੁਣ ਇਹਨਾਂ ਦੀ ਵੀ ਜੁਗਤੀ ਹੈ ਲਾਹੁਣ ਦੀ। ਦੱਸਿਆ ਨਾ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ। ਹੁਣ ਸਾਡਾ ਗੁਰੂ ਕਹਿੰਦਾ, ਕਾਲਾ ਹੋਇਆ ਸ਼ਿਆ ਖਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾ। ਦੱਸਿਆ ਵੀ ਇਤਨਾ ਮੈਲਾ ਹੋ ਗਿਆ ਮਨ, ਕੋਈ ਅੱਜ ਦੀ ਮੈਲ ਨਹੀਂ ਲੱਗਦੀ ਇਸ ਨੂੰ। ਖਬਰਾਂ ਨਾਦੀ ਕਾਲ ਦਾ ਹੀ ਚੱਲਿਆ ਹੋਇਆ ਜੀਵ ਆਤਮਾ, ਜਿਹੜਾ ਹੌਲੀ ਹੌਲੀ ਇਤਨਾ ਅੰਧਾ ਹੋ ਗਿਆ, ਇਸ ਨੂੰ ਇਉਂ ਨਹੀਂ ਪਤਾ ਵੀ ਮੈਂ ਕਿਹੜੀ ਚੀਜ਼ ਹਾਂ। ਦੇਖੋ ਆਪਣਾ ਆਪਾ ਹੀ ਭੁੱਲ ਗਿਆ ਹੈ। ਜਿਹੜੀ ਮਨੁੱਖਾ ਦੇ ਆ, ਇਸ ਨੂੰ ਆਪਾ ਪਛਾਣ ਵਾਸਤੇ ਮਿਲੀ ਹੈ, ਪਰ ਇਹਦੇ ਵਿੱਚ ਵੀ ਨਹੀਂ ਇਹ ਪਛਾਣ ਸਕਦਾ। ਇਤਨਾ ਮਨ ਇਸ ਦਾ ਮੈਲਾ ਹੋ ਗਿਆ। ਮੈਲਾ ਮਨ ਫਿਰ ਖਿੰਡ ਜਾਂਦਾ ਹੁੰਦਾ। ਜਿਹੜਾ ਮੈਲਾ ਮਨ ਆ ਨਾ, ਉਹਦੇ ਵਿੱਚ ਇਤਨੇ ਫੁਰਨੇ ਉੱਠਦੇ ਨੇ ਨਾ, ਫਿਰ ਉਹ ਮਲ ਦੇ ਸੰਬੰਧ ਕਰਕੇ ਫਿਰ ਇਹਦਾ ਮਨ ਇਤਨਾ ਖਿੰਡ ਜਾਂਦਾ, ਇਹਨੂੰ ਇਤਨਾ ਮਨ ਬੇਚੈਨ ਕਰ ਦਿੰਦਾ ਹੈ, ਪਰਮੇਸ਼ਰ ਦੇ ਪਾਸੇ ਦਾ ਇਹਨੂੰ ਪਤਾ ਹੀ ਨਹੀਂ ਰਹਿੰਦਾ। ਔਰ ਇਸੇ ਤਰ੍ਹਾਂ ਜਿਹੜਾ ਦੱਸਿਆ ਵੀ ਇਤਨਾ ਮੈਲਾ ਹੋ ਗਿਆ ਮਨ। ਤੇਲੀ ਹੁੰਦੇ ਸਨ ਸਾਰੇ, ਜਿਹੜੇ ਪਿੰਡਾਂ 'ਚ ਰਹਿਣ ਵਾਲੇ ਹਰ ਇੱਕ ਮੱਤ ਦੇ ਹੀ ਜਾਣਦੇ ਸਨ। ਕੋਲੂ ਹੁੰਦੇ ਸਨ, ਕੋਲੂ ਤੇਲ ਪੀੜਦੇ ਹੁੰਦੇ ਸਨ, ਸਰੋਂ ਦਾ, ਤਿਲਾਂ ਦਾ ਵੀ, ਖਲ। ਇਸ ਤਰ੍ਹਾਂ ਉਹਨਾਂ ਕੋਲ ਇੱਕ ਟਾਕੀ ਹੁੰਦੀ, ਆਪਾਂ ਲੀਰ ਕਹਿ ਦਿੰਦੇ ਹਾਂ, ਟਾਕੀ ਆ ਗਾਹਾਂ ਕਹਿੰਦੇ ਨੇ ਅੰਬਰਸਰ ਕੰਨੀ ਦੇ। ਇਹ ਇਲਾਕਿਆਂ ਦੀਆਂ ਬੋਲੀਆਂ ਨੇ। ਆਪਾਂ ਇੰਨੂ ਕਹਿੰਦੇ, ਉਹ ਬਿੰਨਾ ਕਹਿੰਦੇ ਨੇ, ਹੈ ਕਿ ਨਹੀਂ। ਕਾਰਜ ਸੇ ਦੋਸ਼ ਨਹੀਂ ਕਰਨਾ, ਚਾਹੇ ਬਿੰਨਾ ਕਹਿ ਕੇ ਬੁਲਾ ਲਓ, ਚਾਹੇ ਇੰਨੂ ਕਹਿ ਕੇ ਬੁਲਾ ਲਓ। ਇਸ ਤਰ੍ਹਾਂ ਦੱਸਿਆ ਵੀ ਇਹ ਨਾਮ ਹੁੰਦੇ ਹਨ। ਉਹ ਵਿਚਾਰੇ ਤੇਲੀ ਜਿਹੜੇ ਹੁੰਦੇ ਸਨ, ਉਹਨਾਂ ਕੋਲ ਇੱਕ ਲੀਰ ਹੁੰਦੀ ਸੀ, ਉਹ ਕੋਲੂ ਸਾਫ਼ ਕਰਦੇ ਹੁੰਦੇ ਨੇ।
ਉਹਦੇ ਵਿੱਚ ਸੰਧਿਆਈ ਸਹਿਤ ਮੈਲ ਪੈਂਦੀ ਹੈ। ਇੱਕ ਤਾਂ ਸੁੱਕੀ ਮੈਲ ਹੁੰਦੀ ਹੈ ਨਾ, ਇੱਕ ਸੰਧਿਆਈ ਸਹਿਤ ਮੈਲ ਪੈਂਦੀ ਹੈ। ਇਹ ਜਿਹੜਾ ਮਨ ਹੈ ਇਹਦੇ ਵਿੱਚ ਸੰਧਿਆਈ ਸਹਿਤ ਮੈਲ ਪਈ ਹੋਈ ਹੈ। ਬਾਣੀ ਦੇ ਵਿੱਚ ਵੀ ਦੱਸਿਆ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਵੀ ਕਿਸ ਤਰ੍ਹਾਂ ਇਸ ਦੀ ਮਲ ਦੂਰ ਹੋਵੇਗੀ। ਹੌਲੀ ਹੌਲੀ ਸਮਝਾਇਆ, ਭਰੀਆ ਹੱਥ ਪੈਰ ਤਨ ਦੇ। ਹੁਣ ਆ ਜਿਹੜਾ ਸਰੀਰ ਆ ਨਾ, ਇਹਦੇ ਹੱਥ ਪੈਰ ਨੇ, ਅੰਗ ਤਾਂ ਹੋਰ ਵੀ ਨੇ। ਇੱਥੇ ਹੱਥ ਪੈਰ ਦੱਸਿਆ ਮਹਾਰਾਜ ਜੀ ਨੇ, ਭਰੀਆ ਹੱਥ ਪੈਰ ਤਨ ਦੇ। ਵੀ ਜਿਹੜਾ ਇਹ ਸਰੀਰ ਆ ਸਾਰੇ, ਇਹਨਾਂ ਦੇ ਅੰਗਾਂ ਦੇ ਉੱਤੇ ਜੇ ਮਿੱਟੀ ਪੈ ਜਾਵੇ, ਮਿੱਟੀ ਪੈਂਦੀ ਹੈ ਜਾਂ ਸੁਹਾਗਾ ਚੱਲਦਾ, ਦੇਖੋ ਕਿਵੇਂ ਉੱਡਦੀ ਆ ਮਿੱਟੀ, ਉੱਡਦੀ ਹੈ ਕਿ ਨਹੀਂ। ਇੱਧਰ ਤਾਂ ਮੀਂਹ ਪੈਣ ਕਰਕੇ ਮਿੱਟੀ ਹੈ ਨਹੀਂ ਨਾ। ਤੁਸੀਂ ਇੰਡੀਆ ਦੇ ਵਿੱਚ ਜਾਓ, ਹੁਣ ਕਿਵੇਂ ਹਨੇਰੀਆਂ ਵਗਦੀਆਂ ਨੇ, ਬਾਵੇ ਬਣਾਉਂਦੀ ਆ ਜਾਂਦੀ ਹੈ ਹਨੇਰੀ। ਆ ਜਿਹੜਾ ਇਲਾਕਾ ਪਟਿਆਲੇ ਦਾ, ਉੱਥੇ ਕਲਰ ਆ, ਸ਼ੋਰਾ ਸ਼ੋਰਾ, ਜਦ ਵਗਦੀ ਆ ਹਨੇਰੀ ਫਿਰ ਪਤਾ ਹੀ ਨਹੀਂ ਲੱਗਦਾ ਵੀ ਆਦਮੀ ਆ ਕਿ ਬੁੜੀ ਹੈ। ਦੇਖ ਲਓ, ਇਹੋ ਜਿਹੀ ਵੀ ਉੱਥੇ ਹੈਗੀ ਮਿੱਟੀ। ਮਹਾਰਾਜ ਜੀ ਦਾ ਉੱਥੇ ਦੀਵਾਨ ਪੁਰਾ ਵਗ ਪਿਆ, ਪੁਰਾ। ਉਹ ਪਟਿਆਲੇ ਵਾਲੀ ਉੱਥੇ ਰਾਣੀ ਆ ਗਈ, ਉਹ ਜਾ ਪੂਰਾ ਵਗਿਆ, ਬਾਵੇ ਬਣ ਗਏ ਸਾਰੇ। ਉਹ ਕਹਿੰਦੀ ਕੈਸਾ ਇਹ ਧਰਤੀ ਹੈ, ਇਹ ਲੂਣ ਵਰਗੀ ਹੈ। ਲੂਣ ਵਰਗਾ ਹੁੰਦਾ ਸ਼ੋਰਾ ਜਿਹੜਾ ਹੁੰਦਾ। ਇਉਂ ਜਿਹੜਾ ਇਹ ਮਨ ਹੈ ਗੁਰਮੁਖੋ, ਇਹ ਜਾਣੀ ਸਰੀਰ ਜੇ ਉੱਤੇ ਘੱਟਾ ਵਹਿ ਜਾਵੇ ਨਾ ਤਾਂ ਉਹਦੀ ਜੁਗਤੀ ਦੱਸਿਆ ਫਿਰ ਮਹਾਰਾਜ ਜੀ। ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ। ਜੇ ਸਰੀਰ ਤੇ ਮਿੱਟੀ ਪੈ ਗਈ ਸੁੱਕੀ, ਤਾਂ ਜੇ ਗਿੱਲੀ ਵੀ ਲੱਗ ਗਈ, ਤੁਸੀਂ ਪਾਣੀ ਨਾਲ ਧੋ ਲਓ, ਸਾਫ਼ ਹੋ ਜਾਏਗੀ। ਹੋ ਜੂ ਨਾ, ਜੁਗਤੀ ਹੈ। ਮੂਤ ਪਲੀਤੀ ਕੱਪੜ ਹੋਏ, ਉਹ ਤਾਂ ਸਾਦੇ ਪਾਣੀ ਨਾਲ ਲਏਗੀ ਨਾ। ਹੁਣ ਅੱਗੇ ਦੇਖੋ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਆਓ ਧੋਏ। ਜਿਹੜਾ ਇਸ ਤਰ੍ਹਾਂ ਫਿਰ ਸਰੀਰ ਨੂੰ ਲੱਗ ਜਾਏਗਾ, ਉਹ ਫਿਰ ਸਾਬਣ ਨਾਲ ਸਾਫ਼ ਹੋਵੇਗਾ। ਉਹ ਸੁੱਕੇ ਪਾਣੀ ਨਾਲ ਨਹੀਂ ਲਹੇਗਾ, ਉਹ ਸਾਬਣ ਲਾਉਣਾ ਪਵੇਗਾ। ਅੱਗੇ ਦੱਸਿਆ ਫਿਰ ਭਰੀਆ ਮਤ ਪਾਪਾਂ ਕੈ ਸੰਗ। ਇੱਥੇ ਮਤ ਦਾ ਦਿੱਤਾ ਮਨ ਨਹੀਂ। ਜਿਹਾ ਜਿਹਾ ਇਹ ਸੰਕਲਪ ਕਰਦਾ ਨਾ ਮਨ ਫੁਰਨਾ, ਉਹ ਹੈ ਜਿਹਾ ਨਾਉ ਪੈ ਜਾਂਦਾ। ਚਾਰ ਨੂੰ ਮੁੱਖ ਰੱਖੇ ਨੇ, ਚਾਰ ਕੇ ਹੀ ਰੱਖੇ ਨੇ। ਦਾਦੇ ਨੇ ਵੀ ਜਦ ਤਾਂ ਇਹ ਹੰਕਾਰ ਕਰਦਾ, ਫਿਰ ਤਾਂ ਹੰਕਾਰ ਨੌ ਪੈਂਦਾ। ਜਿਆਦਾ ਚਿਤਵਣੀ ਕਰਦਾ, ਚਿੱਤ ਪੈ ਜਾਂਦਾ। ਜਿਆਦਾ ਫੁਰਨਾ ਕਰਦਾ, ਮਨ ਪੈ ਜਾਂਦਾ। ਜਿਆਦਾ ਲੋਭ ਕਰਦਾ, ਲੋਭ। ਇਉਂ ਇਸ ਦੇ ਨਾਂ ਨੇ ਲੈਦਾ ਹੈ ਇੱਕੋ ਹੀ ਮਨ। ਮਨ ਦੋ ਨਹੀਂ ਹਨ, ਫੁਰਨਾ ਵੀ ਇੱਕ ਕਰੂਗਾ, ਦੋ ਨਹੀਂ ਕਰ ਸਕਦਾ ਇੱਕ ਟਾਈਮ ਦੇ ਵਿੱਚ। ਬਸ ਭਰੀਆ ਮਤ ਪਾਪਾਂ ਕੈ ਸੰਗ। ਉਹਦਾ ਕੀ ਪਾ ਧੋਣ ਦਾ? ਇਹ ਤਾਂ ਦੱਸਤਾ ਨਾ, ਸਾਦੇ ਪਾਣੀ ਨਾਲ ਧੋ ਲਓ, ਕੱਟਾ ਲੈ ਜਾਵੇਗਾ। ਜੇ ਜ਼ਿਆਦਾ ਲੀੜਾ ਲਿਬੜ ਗਿਆ ਤਾਂ ਫਿਰ ਸਾਬਣ ਨਾਲ ਲੈ ਜਾਏਗਾ, ਉਹ ਸਾਫ਼ ਹੋ ਜਾਏਗਾ ਲੀੜਾ। ਹੁਣ ਅੱਗੇ ਆ ਗਈ ਮਤ, ਜੀ ਨੂੰ ਮਨ ਕਿਹਾ। ਮਨ ਸਾਫ਼ ਕਿਵੇਂ ਹੋਵੇਗਾ? ਕਹਿੰਦੇ ਭਰੀਆ ਮਤ ਪਾਪਾਂ ਕੈ ਸੰਗੋ ਧੋਪਾ ਨਾਵੈ ਕੈ ਰੰਗ। ਕਹਿੰਦੇ ਉਹ ਪਰਮੇਸ਼ਰ ਦੇ ਨਾਮ ਦੁਆਰਾ ਜਦ ਨਾਮ ਰੂਪੀ ਸਾਬਣ ਮਨ ਦੇ ਉੱਤੇ ਘਸਾਵੇਗਾ, ਅਭਿਆਸ ਕਰੇਗਾ ਨਾ ਉਹ ਸ਼ਬਦ ਦਾ, ਫਿਰ ਮਨ ਦੇ ਉੱਤੇ ਜਿਹੜੀ ਮੈਲ ਲੱਗੀ ਹੋਈ ਹੈ ਨਾ, ਉਹ ਸ਼ਬਦ ਦੇ ਵਿੱਚ ਤਾਕਤ ਆ। ਜਿਉਂ ਜਿਉਂ ਘਸੇਗਾ ਸ਼ਬਦ ਆ ਜਿਹੜਾ ਮਨ ਦੇ, ਜਿਵੇਂ ਰਟਣ ਕਰੇਗਾ, ਉਹ ਜਿਹੜੀ ਮਲ ਹੈ ਨਾ ਉਹ ਦੂਰ ਹੋ ਜਾਵੇਗੀ। ਇਉਂ ਬਾਣੀ ਦੇ ਵਿੱਚ ਦੱਸਿਆ। ਤਿੰਨ ਹਿੱਸਿਆਂ ਦੇ ਵਿੱਚ ਬੋਲਣਾ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਜਿੰਨੇ ਵੀ ਬੈਠੇ ਨੇ, ਸਾਰੀਆਂ ਬੀਬੀਆਂ ਜਿਹੜੀਆਂ ਤੁਰੀਆਂ ਆਉਂਦੀਆਂ ਨੇ, ਉਹ ਵੀ ਸ਼ਬਦ ਦੇ ਵਿੱਚ ਬੀਬੀਆਂ ਦੇ ਪਾਸੇ ਬੋਲਦੀਆਂ ਆਇਆ ਕਰੋ। ਬੀਬੀਆਂ ਨੇ ਜਿਹੜੀਆਂ ਸਾਰੇ ਪਾਸੇ ਬੋਲਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਇਹ ਵੀ ਕੋਈ ਅਸੂਲ ਹੁੰਦਾ ਗੁਰਮੁਖ। ਜੇ ਉਹੀ ਘਚੋਲਾ ਹੀ ਪਾ ਲਓ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੀ ਪੜ੍ਹਦੇ ਨੇ, ਕੀ ਹੁੰਦਾ। ਜਿਹੜਾ ਬਾਰੀ ਅਨੁਸਾਰ ਸ਼ਬਦ ਦੇ ਵਿੱਚ ਬੋਲਣਾ ਨਾ, ਨਾਲੇ ਤਾਂ ਪੂਰੀ ਸਮਝ ਆਉਂਦੀ ਹੈ, ਨਾਲੇ ਮਨ ਵੀ ਇਕਾਗਰ ਹੋ ਜਾਂਦਾ, ਨਾਲੇ ਵੱਧ ਘੱਟ ਵੀ ਨਹੀਂ ਬੋਲ ਹੁੰਦਾ। ਤੀਸਰੇ ਪਾਸੇ ਫਿਰ ਬੀਬੀਆਂ ਬਾਰੀ ਸਿਰ, ਜੇ ਐ ਵੀ ਅਸੀਂ ਜ਼ਿਆਦਾ ਭਜਨ ਕਰਨਾ ਤਾਂ ਅੰਦਰ ਕਰ ਲਿਆ ਕਰੋ, ਉਹਨਾਂ ਚਿਰ ਅੰਦਰ ਬੋਲ ਪਿਆ ਕਰੋ, ਪਰ ਆਵਾਜ਼ ਕੱਢਣੀ ਹੈ ਉਸ ਟਾਈਮ ਆਪਣੀ ਬਾਰੀ ਸਿਰ ਬੋਲਣਾ। ਦੇਖੋ ਫਿਰ ਇੱਕ ਐਸਾ ਰਸ ਜਿਹਾ ਵਧੇਗਾ, ਐਸਾ ਇੱਕ ਆਨੰਦ ਜਿਹਾ ਬਣ ਜਾਏਗਾ, ਮਾਹੌਲ ਐਸਾ ਬਣ ਜਾਵੇਗਾ
बस शरीर का पता नहीं लगना मैं कित्थे बैठा है। आओ पढ़ो प्रेम दे नाल। आपां ने अज विचार ये करनी है बई पदार्थां दे विच सुख नहीं है गुरमुखो। पढ़ो प्रेम दे नाल। तेरी मत पापां दे नाल भर गई है, नाम जपते तोला बंदिया। तेरी मत पापां दे नाल भर गई है, नाम जपते तोला बंदिया। ਇਹ ਪਾਪਾਂ ਕਰਕੇ ਮੈਲਾ ਹੋ ਗਿਆ। ਪਾਪ ਕਿਹਨੂੰ ਕਹਿੰਦੇ ਹਨ? ਪਾਪ ਉਸ ਨੂੰ ਦੱਸਿਆ ਜੋ ਗੁਰਬਾਣੀ ਦੱਸਦੀ ਹੈ, ਧਾਰਮਿਕ ਸ਼ਾਸਤਰ ਵੀ ਦੱਸਦੇ ਨੇ ਵੀ ਜਿਹੜਾ ਇਹਨਾਂ ਤੇ ਵਿਰੁੱਧ ਕੰਮ ਕਰੇਗਾ ਉਸ ਨੂੰ ਕਹਿੰਦੇ ਪਾਪ ਦੱਸਿਆ। ਪਾਪ ਗੁਰਬਾਣੀ 'ਚ ਲਿਖਿਆ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ।
नानक ज्यो मथन मदानियां त्यो मथे धर्म राय। ਜਿਹੜਾ ਪਾਪ ਕਰਦਾ ਉਸ ਨੂੰ ਧਰਮ ਰਾਜਾ ਸਜ਼ਾ ਦਿੰਦਾ, ਜਿਹੜਾ ਧਰਮ ਕਰਦਾ ਉਹ ਸੁਰਗਾਂ ਦੇ ਵਿੱਚ ਜਾਂਦਾ। ਪਰ ਗੁਰਸਿੱਖ ਦਾ ਰਸਤਾ ਹੋਰ ਹੈ ਗੁਰਮੁਖ। ਨਾ ਉਹਨੇ ਨਰਕਾਂ ਨੂੰ ਜਾਣਾ, ਨਾ ਉਹਨੇ ਸੁਰਗਾਂ ਨੂੰ ਜਾਣਾ। ਉਹਨਾਂ ਦੇ ਗੁਰੂ ਦੇ ਲੋਕ ਨੂੰ ਜਾਣਾ ਉਹਨੇ। ਤਾਂ ਉਹਨਾਂ ਨੇ ਕੀ ਲੈਣਾ ਇਹਨਾਂ ਕੰਮਾਂ ਤੇ? ਉਹਨਾਂ ਦੀ ਗੱਲ ਤਾਂ ਇਹ ਘਟ ਜਾਂਦੀ ਹੈ, कबीर चरण कमल की मौज को कैसे अनुमान, कहबे को शोभा नहीं देखा ही प्रमाण। गुरसिख तां परमेश्वर दे चरणों दे विच भेद हुंदा। ਉਹ ਵਸਤਾ ਹੀ ਐਸਾ ਜਿਹੜਾ ਸੁੱਖ ਹੈ ਸਾਧ ਸੰਗਤ ਉਹੀ ਜਾਣਦਾ। ਜਿਵੇਂ ਬੁਖਾਰੀ ਬੁਖਾਰਾਂ ਦਾ ਸੁੱਖ ਜਾਣਦੇ ਨੇ ਨਾ, ਪਰ ਜਿਹੜਾ ਆਤਮਨੰਦੀ ਹੈ ਉਹਦਾ ਸੁੱਖ ਹੋਰ ਆ। ਗੁਰਮੁਖੋ ਪੜੋ ਪ੍ਰੇਮ ਵਾਲਿਆਂ ਦੱਸਿਆ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ।
शरीर नरक सुरग ते मैं रहो, सतगुर के प्रसाद चरण कमल की मौज में रहो अंतर। आद नाम रूप ਨੂੰ ਛੱਡ ਕੇ ਚਰਨਾਂ 'ਚ ਭੇਦ ਹੋ ਗਿਆ। ਜਿੱਥੇ ਨਾਮ ਰੂਪ ਆ ਉੱਥੇ ਕਲਪਨਾ ਪੈਦਾ ਹੋਵੇਗੀ। ਜਿੱਥੇ ਨਾਮ ਰੂਪ ਨਹੀਂ ਚਰਨ ਨੇ ਪਰਮੇਸ਼ਰ ਦੇ, ਉੱਥੇ ਕਲਪਨਾ ਨਹੀਂ ਆ ਕਰੋ। ਉਹ ਸਿੱਖ ਨਾਮ ਰੂਪ ਨੂੰ ਨਹੀਂ ਕਲਪਦਾ ਹੁੰਦਾ, ਰਹਿੰਦਾ ਨਾਮ ਰੂਪ ਦੇ ਵਿੱਚ ਹੀ ਹੈ, ਪਰ ਉਹਦੀ ਪਕੜ ਨਹੀਂ ਹੁੰਦੀ ਸਿੱਖ ਨੂੰ। ਆਓ ਸ੍ਰੀ ਸ਼ੰਕਰਾ ਦੁਆਬੇ ਦੇ ਵਿੱਚ ਬਹੁਤ ਵੱਡਾ ਕਸਬਾ ਕੋਈ, ਉੱਥੇ ਕੋਈ ਸ਼ੈਵੀ ਸ਼ਿਵਾਂ ਦਾ ਪਾਸ਼ਕ ਕੋਈ ਆ ਗਿਆ ਜੋਗੀ। ਉਸ ਨੇ ਆ ਕੇ ਉੱਥੇ ਸਾਧਨਾ ਸ਼ੁਰੂ ਕਰਤੀ। यानी 40 किलो चाय। उसने उस तो बाद ये ऐलान कर दिता भी जेड़ा प्रेमी मेरा दर्शन करेगा मुफ्त 1 साल का सुरग मिलेगा। उसनूं दर्शन का ही फल। बननिया लाइना लोगों ने तो बेविचारिया ने बनिया ने। सिख आ जिहड़ा गुरु का वो नहीं लैन चाहेगा। ਜਿਹੜਾ ਸਿੱਖ ਹੈ ਨਾ ਗੁਰੂ ਦਾ, ਉਹਨੇ ਨਹੀਂ ਲੈਣ ਚਾਹਣਾ, ਉਹ ਤਾਂ ਬੇਲੈਨ ਹੈ। ਉਹਦੀ ਤਾਂ ਲੈਣ ਹੀ ਹੋਰ ਆ ਗੁਰਮੁਖੋ। ਬਹੁਤ ਹਫ਼ਤਾ ਪਰ ਦੁਨੀਆ ਨੇ ਉੱਥੇ ਰਾਹ ਗਾਹੇ। ਉਹ ਜਿਹੜਾ ਸੀਗਾ ਸੈਵੀ, ਆਪਣੇ ਚੇਲਿਆਂ ਨੂੰ ਪੁੱਛਿਆ ਵੀ ਕੋਈ ਰਹਿ ਤਾਂ ਨਹੀਂ ਗਿਆ ਪਿੰਡ ਦੇ ਵਿੱਚ। ਉਹ ਕਹਿਣ ਲੱਗੇ ਜੀ ਹਾਂ, ਇੱਕ ਗੁਰੂ ਦਾ ਸਿੱਖ ਹੈ ਤਿਲਕੂ ਨਾਮ ਹੈ, ਉਹ ਨਹੀਂ ਆਇਆ। ਕਹਿੰਦੇ ਅੱਛਾ ਉਹ ਨਹੀਂ ਆਇਆ। ਕਹਿੰਦੇ ਜਾਓ ਉਸਨੂੰ ਰਾਇਤ ਕਰਦੇ ਆ, 2 ਸਾਲ ਦਾ ਸੁਰਗ ਮਿਲੇਗਾ ਉਸਨੂੰ। ਉਹ ਜਿਹੜੇ ਕਮਲੇ ਚੁੱਧ ਨੂੰ ਭੱਜ ਲਏ ਵੀ ਦੱਸੀਏ ਜਾ ਕੇ ਉਹਨੂੰ ਵੀ ਸਾਨੂੰ ਤਾਂ 1 ਸਾਲ ਦਾ ਹੀ ਮਿਲਿਆ, ਤੈਨੂੰ 2 ਸਾਲ ਦਾ ਮਿਲਦਾ। ਫਿਰ ਜਾ ਕੇ ਹਪੜਿਆਂ ਨੇ ਕਹਿੰਦੇ ਤਿਲਕੂ ਜੀ ਤੁਹਾਡੇ ਨਾਲ ਤਾਂ ਬਹੁਤ ਰਾਇਤ ਕਰਤੀ ਜੋਗੀ ਨੇ। ਕਹਿੰਦਾ ਕੀ ਰਾਇਤ ਕਰਤੀ ਜੋਗੀ ਨੇ? ਕਹਿੰਦੇ ਤੁਹਾਨੂੰ 2 ਸਾਲ ਦਾ ਸੁਰਗ ਮਿਲੇਗਾ। ਉਹ ਤਿਲਕੂ ਕਹਿੰਦਾ ਚਾਹੇ 1,00,000 ਵਰਸ ਦਾ ਸੁਰਗ ਮਿਲੇ ਅਸੀਂ ਲੈਣਾ ਹੀ ਨਹੀਂ। ਜਦ ਅਸੀਂ ਸੁਰਗ ਤੇ ਕੀ ਲੈਣਾ? ਸੁਰਗ ਦੇ ਵਿੱਚ ਉਹਦਾ ਸਾਧ ਸੰਗ ਗਿਰਨਾ ਪੈਂਦਾ। ਫਿਰ ਆਪਣੀ ਵਿਚਾਰ ਨਹੀਂ ਇਹ ਪੈਦਾ ਹੋਈ। ਸਿੱਖਾ ਤੂੰ ਇਹ ਵਿਚਾਰ ਪੈਦਾ ਕਰ, ਨਰਕ ਸੁਰ ਤੋਂ ਉੱਚਾ ਹੋਣ ਦੀ ਕੋਸ਼ਿਸ਼ ਕਰ, ਗੁਰੂ ਵਾਲਾ ਬਣ ਕੇ ਨਾਮ ਨਾਲ ਜੁੜ ਜਾ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨਹਾਰ। ਜਦ ਤੂੰ ਆਪਣੀ ਸੁਰਤ ਨੂੰ ਸ਼ਬਦ ਤੇ ਚਾੜ ਦੇਵੇਂਗਾ, ਸਿੱਖਾ ਤੈਨੂੰ ਜਿਹੜੀ ਸ਼ਬਦ ਆ ਨਾ ਉਹ ਤੇਰੀ ਸੁਰਤ ਨੂੰ ਜੋ ਨਿਰਾਕਾਰ ਵਾਹਿਗੁਰੂ ਦੇ ਮੰਡਲ ਹੈ ਉੱਥੇ ਲੈ ਜਾਵੇਗੀ, ਉੱਥੇ ਲਾਹੂਗੀ ਜਾ ਕੇ। ਜਿਵੇਂ ਇੱਥੋਂ ਤੁਸੀਂ ਏਅਰਪੋਰਟ ਤੋਂ ਪਲੈਨ ਦੇ ਵਿੱਚ ਚੜੋ, ਜਾ ਕੇ ਦਿੱਲੀ ਉਤਰਦਾ। ਇਸੇ ਤਰ੍ਹਾਂ ਹੀ ਨਾਮ ਹੈ। ਜਦ ਵੀ ਸੁਰਤ ਨਾਮ ਦੇ ਉੱਤੇ ਚੜ੍ਹ ਜਾਵੇਗੀ ਤਾਂ ਅਜੇ ਚੜ੍ਹੀ ਨਹੀਂ, ਅਜੇ ਨਾਮ ਰੂਪ ਨੂੰ ਕਲਪਦੀ ਹੈ ਨਾ, ਫੇਰ ਨਹੀਂ ਕਦੇ ਵੀ ਜਾਵੇਗਾ। ਆਹ ਇਹਨੂੰ ਦੱਸਿਆ ਪੜੋ ਪ੍ਰੇਮ ਨਾਲ। ਕਹਿੰਦਾ ਸਾਨੂੰ ਸੁਰਗਾਂ ਸਰਗਾਂ ਦੀ ਕੋਈ ਲੋੜ ਨਹੀਂ। ਕਿਹੜਾ ਨਰਕ ਕਿਹੜਾ ਸੁਰਗ
सिख है ना नरक सुरग ते मैं रहो सतगुर के प्रसाद जानी गुरु दी कृपा द्वारा जद गुरु वाला बन गया तां फिर थले रह जाते ने गुरु उन्होंने चाह नाल आके दसिया वो कहन लगा भाई जाके कह दो साहिबी नूं अपने तुसी गुरु नूं भी उन्हें नहीं सुरग लैना जे तू 1000 साल दा भी देवे तां भी सुरग नहीं लैना है। साध संगत जिहड़ी निरिछता है ना सिख दे अंदर एक निरिछता है वो कद आवेगी किवें आई सिखां दे विचों जादे नाम रूप नूं छड्ड के परमेश्वर दे विच लाया हो जावेगा। फिर ये निरिछता की इनू किसी वस्तु की इच्छा नहीं रहनी है। बस जिन्ना चिर इच्छा रहेगी उन्ना चिर जे अधूरा द्वंद पद दे विच है। उन्होंने ढिले जे हो गए आके कह लगे शैवी जी वो तो एं कहता मैं तो 1000 साल का भी सुरग लैन नूं तैयार नहीं हाँ। वो किसी का बनया होया गुरमुख वो निरिछत बेप्रवाह सिख की ज्यादा गल सुनी वो शाहिबी ने भी ये निरिछत पुरुष का तो दर्शन करना चाहिए। तां ही दसिया ना गुरबाणी दे विच ब्रह्म ज्ञानी को खोजे महेश्वर वो तो शाहिबी आ उसका सेवक आ शिव जी का पर कहते शिव जी भी उस दर्शना चाहता है जिहदी सुरत नाम रूप तो उठ के निराकार वाहिगुरू दे विच भेद होगी ना शिव जी उहदे दर्शना चाहता है चाहे ब्रह्म ज्ञान कह लो इको ही गल है। पढ़ो प्रेम शिव जी तोड़दा फिरदा
ਉਸ ਸਾਹਿਬੀ ਨੇ ਕਿਹਾ ਵੀ ਚਲੋ ਇਸ ਨਿਰੀਖਿਤ ਪੁਰਸ਼ ਦੇ ਜਿਹਨੂੰ ਸੁਰਗ ਦੀ ਇੱਛਾ ਨਹੀਂ ਹੈ ਉਸ ਦੇ ਦਰਸ਼ਨ ਕਰਨੇ ਚਾਹੀਦੇ ਨੇ। ਮੂਹਰੇ ਸ਼ੈਵੀ ਆ, ਪਿੱਛੇ ਬਹੁਤ ਦੁਨੀਆ ਦਾ ਹੀ ਭੀੜ ਲੱਗੀ ਹੋਈ ਆ ਰਿਹਾ। ਹੁਣ ਕਿਸੇ ਨੇ ਆ ਕੇ ਕਿਹਾ ਭਾਈ ਸਾਹਿਬ ਜੀ ਉਹ ਸ਼ੈਵੀ ਰਿਸ਼ੀ ਉਹ ਤਾਂ ਤੇਰੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ। ਉਸ ਨੇ ਕਿਹਾ ਵੀ ਉਹਦੀ ਵੀ ਤਪੱਸਿਆ ਕਰੀ ਹੋਈ ਹੈ। ਤਪੱਸਿਆ ਦੇ ਵਿੱਚ ਤਾਕਤ ਹੋ ਜਾਂਦੀ ਹੈ, ਜਿਹੜਾ ਬਚਨ ਕਰ ਦਵੇ ਉਹ ਮੁੜਦਾ ਨਹੀਂ ਹੁੰਦਾ ਗੁਰੂ ਕੋ। ਪਰ ਸਿੱਖ ਦੀ ਅਵਸਥਾ ਤਾਂ ਇਹਨਾਂ ਤੋਂ ਉੱਤੇ ਹੈ। ਜਾ ਕੇ ਜਦ ਇਉਂ ਲੱਗਿਆ ਉਸ ਨੂੰ ਪਤਾ ਤਿਲਕੂ ਨੂੰ, ਤਾਂ ਉਸ ਨੇ ਤਖਤੇ ਬੰਦ ਕਰਕੇ ਪਿੱਠ ਕਰ ਲਈ ਤਖਤਿਆਂ ਕੰਨੀ ਨੂੰ। ਬਈ ਜੀ ਉਸ ਦਾ ਦਰਸ਼ਨ ਹੋ ਗਿਆ 2 ਸਾਲ ਸੁਰਗ 'ਚ ਰਹਿਣਾ ਪਊਗਾ। ਅੱਗੇ ਇਹੋ ਜਿਹੇ ਤਖਤੇ ਹੁੰਦੇ ਸਨ, ਚੂੜਾਂ ਜਿਹੀਆਂ ਹੁੰਦੀਆਂ ਬੋਤਲਾਂ ਦੇ ਉੱਤੇ। ਇਹੋ ਜਿਹੇ ਅੱਜ ਤਾਂ ਇਹੋ ਜਿਹੇ ਤਖਤੇ ਨੇ, ਹਵਾ ਵੀ ਨਹੀਂ ਲੱਗਦੀ ਅੰਦਰ। ਤਾਂ ਬਿਲਣਾ ਸਨ। ਉਹਨੇ ਕਿਹਾ ਕਿ ਬਿਲਣਾ ਤਾਂ ਹੀ ਨਾ ਦਰਸ਼ਨ ਹੋ ਜਾਵੇ ਉਹਦਾ। ਭੀੜ ਪਾੜ ਦੇ ਨਾਲ ਆ ਕੇ ਉਹ ਰਿਸ਼ੀ ਅੱਗੇ ਖੜ ਗਿਆ, ਪਿੱਠ ਕਰੀ ਬੈਠੇ ਨੇ। ਕਹਿਣ ਲੱਗੇ ਭਾਈ ਸਾਹਿਬ ਜੀ ਦਰਵਾਜ਼ਾ ਖੋਲੋ, ਦਰਸ਼ਨ ਮੇਲਾ, ਬਚਨ ਵਿਲਾਸ ਕਰੀਏ। ਕਹਿਣ ਲੱਗੇ ਰਿਸ਼ੀ ਜੀ ਗੱਲ ਸੁਣ ਲਓ, ਤੁਹਾਡੀ ਵੀ ਤਪੱਸਿਆ ਕਰੀ ਹੋਈ ਹੈ। ਜੇ ਮੈਂ ਤੁਹਾਡੇ ਦਰਸ਼ਨ ਕਰ ਲਏ 2 ਸਾਲ ਸੁਰਗ ਭੁਗਤਣਾ ਪਵੇਗਾ। ਤੁਸੀਂ ਪਹਿਲਾਂ ਬਚਨ ਵਾਪਸ ਲਵੋ ਆਪਣਾ, ਬਈ ਸੁਰਗ ਨਹੀਂ ਮਿਲੇਗਾ ਤੈਨੂੰ ਤਦ ਖੋਲੂ ਮੈਂ। ਕਾਰੋ ਕਹਿੰਦਾ ਨਹੀਂ ਸੁਰਗ ਨਹੀਂ ਮਿਲੇਗਾ। ਉਹਨੇ ਖੋਲ ਦਿੱਤਾ। ਬਚਨ ਵਿਲਾਸ ਹੋਏ। ਬਚਨ ਵਿਲਾਸ ਹੁੰਦਿਆਂ ਹੁੰਦਿਆਂ ਉਹ ਰਿਸ਼ੀ ਕਹਿੰਦਾ ਸ਼ੈਵੀ ਕਹਿੰਦਾ ਤੁਹਾਨੂੰ ਇਹ ਅਵਸਥਾ ਕਿੱਥੋਂ ਪ੍ਰਾਪਤ ਹੋਈ ਹੈ ਇਤਨੀ ਨਿਸ਼ਚਿਤਾ? ਤੁਸੀਂ ਨਰਕ ਸੁਰਗ ਨੂੰ ਨਹੀਂ ਚਾਹੁੰਦੇ, ਤੁਹਾਨੂੰ ਇਹ ਅਵਸਥਾ ਕਿੱਥੋਂ ਪ੍ਰਾਪਤ ਹੋ ਗਈ? ਉਹ ਸਿੱਖ ਕਹਿਣ ਲੱਗਾ 5ਵੇਂ ਪਾਤਸ਼ਾਹ ਮਹਾਰਾਜ ਦੀ ਕਿਰਪਾ। ਉਹਨਾਂ ਦੀ ਕਿਰਪਾ ਦੁਆਰਾ ਸਾਨੂੰ ਜਿਹੇ ਜੀ ਸੰਗਤ ਕਰਦਾ ਨਾ ਇਨਸਾਨ, ਜਿਹੇ ਜਿਹਾ ਲਿਟਰੇਚਰ ਪੜ੍ਹਦਾ ਹੈ, ਜਿਹੀ ਜੀ ਸੰਗਤ ਮੂਵ ਕਰਦਾ, ਇਸ ਦਾ ਮਨ ਉਹੋ ਜਿਹਾ ਹੀ ਬਣੀ ਜਾਂਦਾ ਹੁੰਦਾ। ਜੇ ਤਾਂ ਇਹ ਬ੍ਰਹਮ ਗਿਆਨੀਆਂ ਦੀ ਸੰਗਤ ਕਰਦਾ, ਭੇਦਵਾਦੀਆਂ ਦੀ, ਉਹ ਤਾਂ ਫਿਰ ਉਹੋ ਜਿਹੀ ਮਨ ਬਣਦਾ ਚਲਿਆ ਜਾਂਦਾ ਹੁੰਦਾ ਹੈ। ਜਿੰਨੇ ਪਦਾਰਥ ਨੇ ਇਹਨਾਂ ਤੋਂ ਬਿਰਤੀ ਨੂੰ ਪਿੱਛੇ ਹਟਾਉਂਦਾ ਚਲਿਆ ਜਾਂਦਾ। ਜਿਹੜਾ ਪਦਾਰਥਵਾਦੀਆਂ ਦੀ ਸੰਗਤ ਕਰਦਾ, ਮਨ ਪਦਾਰਥਾਂ ਨੂੰ ਲੱਗੀ ਜਾਂਦਾ। ਉਹ ਕਹਿਣ ਲੱਗਿਆ ਮੈਂ 5ਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਹਾਂ। ਸਾਡੇ ਗੁਰੂ ਦਾ ਹੁਕਮ ਹੈ ਵੀ ਨਾਮ ਰੂਪ ਨੂੰ ਨਹੀਂ ਕਲਪਨਾ ਹੈ। ਬਸ ਕਲਪਨਾ ਕਿਸ ਨੂੰ ਹੈ? ਕਲਪਨਾ ਵਾਹਿਗੁਰੂ ਮੰਤਰ ਨੂੰ ਜਪਣਾ। ਹੌਲੀ ਹੌਲੀ ਫਿਰ ਅੱਗੇ ਅਵਸਥਾ ਆ ਜਾਏਗੀ, ਸਾਰੀਆਂ ਗੱਲਾਂ ਥੱਲੇ ਰਹਿ ਜਾਣਗੀਆਂ। ਉਹ ਕਹਿਣ ਲੱਗਾ ਫਿਰ ਇਹ ਜੇ ਜਾਂ ਤੇਰੀ ਹੀ ਜੀ ਅਵਸਥਾ ਹੈ, ਤੇਰੇ ਗੁਰੂ ਦੀ ਤਾਂ ਬਹੁਤ ਅਵਸਥਾ ਉੱਚੀ ਹੋਵੇਗੀ, ਮੈਨੂੰ ਦਰਸ਼ਨ ਕਰਾਓ। ਖੈਰ ਗਾਹਾਂ ਆਪਾਂ ਨਹੀਂ ਜਾਂਦੇ, ਸਾਖੀ ਤਾਂ ਲੰਬੀ ਚੌੜੀ ਹੈ ਕਿ ਜਿਹੜੇ ਇਹ ਹੁੰਦੇ ਨੇ ਸ਼ਕਤੀਆਂ ਵਾਲੇ ਤਮੋ ਗੁਣੀ। ਇੱਕ ਤਾਂ ਹੈ ਨਾ ਸਤੋ ਗੁਣੀ, ਇੱਕ ਤਮੋ ਗੁਣੀ, ਇੱਕ ਯਹੋਦਾ, ਇੱਕ ਰਿਆਜ਼ਤ ਹੈ। ਗੁਰੂ ਘਰ ਦੇ ਵਿੱਚ ਤਾਂ ਰਿਆਜ਼ਤ ਹੈ। ਗੁਰੂ ਕੋ ਪ੍ਰੇਮਾ ਭਗਤੀ ਮੰਨਿਆ, ਪ੍ਰੇਮ ਨਾਲ ਬੰਦਗੀ ਕਰਨੀ। ਇਹ ਜਿਹੜਾ ਹੁੰਦੇ ਨੇ ਹੌਂ ਸਾਹਿਤ ਕਰਦੇ ਹੁੰਦੇ ਨੇ, ਇਹਨਾਂ ਨੂੰ ਅਵਮਾਨ ਹੁੰਦਾ ਆਪਣੀ ਜਾਤ ਪਾਤ ਦਾ, ਉਮਰ ਦਾ ਹੀ। ਲੈ ਉਮਰ ਨੂੰ ਕਿੱਧਰ ਨੂੰ ਲਿਜਾਵੇਂਗਾ ਤੂੰ? ਜੇ ਤੂੰ 4 ਯੁੱਗ ਵੀ ਜਿਉਂਦਾ ਰਹੇ, ਉਮਰ ਤੇ ਸਰੀਰ ਤਾਂ ਮਿੱਟੀ ਹੈ। ਗੱਲ ਤਾਂ ਸਾਰੀ ਕਰਨੀ ਦੀ ਆ ਗੁਰਮੁਖ। 8ਵੇਂ ਪਾਤਸ਼ਾਹ ਮਹਾਰਾਜ ਦੀ 8.5 ਸਾਲ ਦੀ ਉਮਰ ਸੀ। ਸ਼ਕਤੀ ਦੇਖ ਲਓ ਕਿਹੜੀ ਸੀ। ਇਉਂ ਆਓ ਪਦਾਰਥ ਨੇ ਜਿਹੜੇ, ਇਹਨਾਂ ਦੇ ਵਿੱਚ ਸੁੱਖ ਨਹੀਂ ਹੈ। ਇਹ ਆਪਾਂ ਸੁੱਖ ਮੰਨਦੇ ਕਿਉਂ ਆ? ਆਪਾਂ ਗਿਆਨੀ ਆ। ਇਹ ਕਹਿੰਦਾ ਫਲਾਣੇ ਪਦਾਰਥ ਦੇ ਸੰਬੰਧ ਕਰਕੇ ਮੈਨੂੰ ਸੁੱਖ ਪ੍ਰਾਪਤ ਹੋ ਗਿਆ। ਕਹਿੰਦਾ ਨਾ ਇਹ ਨਹੀਂ, ਤੈਨੂੰ ਵਿਚਾਰ ਨਹੀਂ ਹੈ। ਤੇਰਾ ਜਿਹੜਾ ਮਨ ਹੈ ਨਾ, ਇਹ ਜਦ ਕਲਪਨਾ ਕਰਦਾ ਕਿਸੇ ਪਦਾਰਥ ਦੀ, ਜਦ ਉਹ ਪਦਾਰਥ ਸਾਹਮਣੇ ਆ ਜਾਂਦਾ ਤੇ ਮਨ ਟਿਕ ਜਾਂਦਾ, ਆਤਮਾ ਦਾ ਭਾਸ ਪੈ ਜਾਂਦਾ ਮਨ ਦੇ ਵਿੱਚ। ਬਸ
ਸੁਖ ਤਾਂ ਆਤਮਾ ਦਾ ਜੋ ਕਸਾ, ਪਦਾਰਥਾਂ ਦਾ ਸੁਖ ਨਹੀਂ ਹੈ। ਪੜੋ ਪ੍ਰੇਮ ਦੇ ਨਾਲ ਆਤਮਾ ਦਾ ਹੀ ਸੁਖ ਪਦਾਰਥਾਂ ਚੋਂ ਪਾਸਦਾ। ਪਦਾਰਥਾਂ ਦੇ ਵਿੱਚ ਤਿੰਨ ਕਾਲ ਸੁਖ ਨਹੀਂ ਹੈ। ਪੜੋ ਪ੍ਰੇਮ ਦੇ ਨਾਲ। ਸੁਖ ਨਹੀਂ ਰੇ ਹਰ ਕੀ ਪਾਵੇ ਦੁਨੀਆ, ਸੁਖ ਨਹੀਂ ਰੇ ਹਰ ਕੀ ਪਾਵੇ ਦੁਨੀਆ, ਨਹੀਂ ਰੇ ਹਰ ਕੀ ਪਾਵੇ ਦੁਨੀਆ, ਨਹੀਂ ਰੇ ਹਰ ਕੀ ਪਾਵੇ ਦੁਨੀਆ। ਪਦਾਰਥਾਂ ਦੇ ਵਿੱਚ ਸੁਖ ਨਹੀਂ ਹੈ। ਕਿਸੇ ਪਿਤਾ ਦਾ ਲੜਕਾ ਬਾਹਰਲੇ ਮੁਲਕ ਦੇ ਵਿੱਚ ਰਹਿੰਦਾ, ਉਸ ਦਾ ਜਿਹੜਾ ਮਨ ਹੈ ਉਸ ਨੂੰ ਯਾਦ ਕਰਦਾ ਰਹਿੰਦਾ। ਜਦ ਉਸ ਦਾ ਪੁੱਤਰ ਇੰਡੀਆ ਚਲਿਆ ਗਿਆ, ਜਦ ਉਸ ਦੇ ਸਾਹਮਣੇ ਗਿਆ ਪੁੱਤਰ, ਤਾਂ ਉਸ ਦਾ ਮਨ ਹੀ ਜਿਹੜਾ ਟਿਕ ਗਿਆ ਕਿ ਉਹਦੀ ਕਲਪਨਾ ਕਰਦਾ ਸੀ ਨਾ ਪੁੱਤਰ ਦੀ। ਤਾਂ ਫਿਰ ਉਸਨੇ ਸਮਝਿਆ ਵੀ ਮੈਨੂੰ ਸੁਖ ਪੁੱਤਰ ਤੇ ਮਿਲਿਆ ਨਹੀਂ, ਪੁੱਤਰ ਨੇ ਸੁਖ ਨਹੀਂ ਦੇਣਾ ਕਿਸੇ ਨੂੰ। ਉਹ ਤਾਂ ਉਸ ਦਾ ਮਨ ਟਿਕ ਗਿਆ। ਟਿਕੇ ਮਨ ਦੇ ਵਿੱਚ ਫਿਰ ਆਤਮਾ ਦਾ ਪਾਸ ਪੈਂਦਾ। ਇਹਦਾ ਪਦਾਰਥਾਂ ਦੇ ਸੰਬੰਧ ਕਰਕੇ ਪੈਂਦਾ। ਜੇ ਨਾਮ ਨਾ ਲਿਵ ਲਾ ਲਵੇ ਹਮੇਸ਼ਾ ਹੀ ਪਈ ਜਾਊਗਾ। ਉਹਦਾ ਛਿਨ ਮਾਤਰ ਆ ਨਾ, ਕਹਿੰਦੇ ਜੇ ਇੱਕ ਛਿਨ ਮਾਤਰ ਸੁਖ ਹੈ ਨਾ ਪਦਾਰਥਾਂ ਦੇ ਵਿੱਚ, ਉਹਦੇ ਬਲੈਕ ਸਾਈਡ ਤੇ ਹਜ਼ਾਰਾਂ ਮਣ ਦੁੱਖ ਵੀ ਛੁਪਿਆ ਹੋਇਆ। ਹੁਣ ਇਹ ਆਪਣੀ ਵਿਚਾਰ ਨਹੀਂ ਆਏ, ਇਸ ਤਰ੍ਹਾਂ ਦੱਸਿਆ। ਜੇ ਪਦਾਰਥਾਂ ਦੇ ਵਿੱਚ ਸੁਖ ਹੁੰਦਾ ਤਾਂ ਸਵਰਗ ਦੇ ਰਾਜੇ ਨਾਲੋਂ ਤਾਂ ਕਿਸੇ ਕੋ ਪਦਾਰਥ ਨਹੀਂ ਜ਼ਿਆਦੇ ਹਨ। ਦੱਸਦੇ ਨੇ ਵੀ ਜਿਹੜਾ ਸਵਰਗ ਦਾ ਰਾਜਾ 96 ਕਰੋੜ ਮੇਘਮਾਲਾ ਜਿਹੜੇ ਆ ਬੱਦਲ ਨੇ, 33 ਕਰੋੜ ਦੇਵਤਾ ਉਸਦੇ ਅਧੀਨ ਹੈ, ਹਜ਼ਾਰਾਂ ਕਿੰਨਰ ਗੰਧਰਵ ਪਛਰਾਂ ਨਾਚ ਛਾਜ ਕਰਨ ਵਾਲੀਆਂ ਖਾੜੇ ਦੇ ਵਿੱਚ ਜਿੱਥੇ ਉਸਦਾ ਕੋਈ ਖਾੜਾ ਲੱਗਦਾ
ਕਾਮ ਤੇਨ ਗਊ ਕਲਪ ਬਿਰਸ਼ ਚਿੰਤਾਮਣੀ ਬੱਟੀ। ਇਹਨਾਂ ਦਾ ਸੁਭਾਅ ਹੈ, ਵਸਤੂ ਦਾ ਸੁਭਾਅ ਹੈ ਨਾ ਜਿਹੜਾ, ਉਹ ਵਸਤੂ ਦੇ ਵਿੱਚ ਹੁੰਦਾ। ਬਸ ਪਦਾਰਥਾਂ ਦਾ ਸੁਭਾਅ ਵੀ ਪਦਾਰਥਾਂ ਦੇ ਵਿੱਚ ਹੈ, ਨਾਮ ਦਾ ਸੁਭਾਵ ਉਹ ਨਾਮ ਦੇ ਵਿੱਚ ਹੈ, ਸਮਾਧੀ ਦਾ ਸੁਭਾਵ ਸਮਾਧੀ ਦੇ ਵਿੱਚ ਹੈ, ਗਿਆਨ ਦਾ ਸੁਭਾਵ ਗਿਆਨ ਦੇ ਵਿੱਚ ਹੈ, ਅਭੇਦ ਅਵਸਥਾ ਦਾ ਸੁਭਾਵ ਅਭੇਦ ਅਵਸਥਾ ਦੇ ਵਿੱਚ ਹੈ। ਜਿਉਂ-ਜਿਉਂ ਸਿੱਖ ਅੱਗੇ ਨੂੰ ਜਾਵੇਗਾ, ਸਟੈਪ ਬਾਈ ਸਟੈਪ ਸਾਰੀਆਂ ਅਵਸਥਾ ਇਸ ਨੂੰ ਪ੍ਰਗਟ ਹੁੰਦੀਆਂ ਚਲੀਆਂ ਜਾਣਗੀਆਂ। ਉਹ ਪਦਾਰਥਾਂ ਦੇ ਵਿੱਚ ਸੁੱਖ ਨਹੀਂ। ਤੇ ਜਿਹੜਾ ਸੁਰਗ ਦਾ ਰਾਜਾ ਇੰਦਰ ਹੈ, ਇਹ ਕਾਮ ਤੇਨ ਗਊ ਦਾ ਇਹ ਹੈ, ਇਹ ਸੁਭਾਵ ਹੈ। ਉਸ ਦੇ ਕੋਲ ਫੁਰਨਾ ਪਦਾਰਥਾਂ ਦਾ ਕਰੋ ਮਿਲ ਜਾਣਗੇ, ਸ਼ਾਂਤੀ ਨਹੀਂ ਮਿਲਣੀ। ਬਸ ਪੀਸ ਆਫ ਮਾਈਂਡ ਨਹੀਂ ਮਿਲੇਗਾ। ਪਦਾਰਥ ਮਿਲ ਜਾਣਗੇ, ਫੁਰਨਾ ਕਰਨ ਦੀ ਦੇਰ ਹੈ ਜਦੇ ਪਦਾਰਥ ਸੁਭਾਵ ਹੈ ਨਾ। ਇਸੇ ਤਰ੍ਹਾਂ ਕਲਪ ਬਿਰਸ਼ ਹੈ, ਕਹਿੰਦੇ ਉਸ ਦੇ ਹੇਠਾਂ ਬੈਠ ਕੇ ਫੁਰਨਾ ਕਰ ਲਓ ਜਦੇ ਹੀ ਪੂਰਾ। ਐਵੇਂ ਚਿੰਤਾਮਣੀ ਹੈ। ਕੋਈ ਦੱਸਦੇ ਨੇ ਵੀ ਆਦਮੀ ਅਣਜਾਣ ਜੰਗਲ ਦੇ ਵਿੱਚ ਚਲਿਆ ਗਿਆ, ਉਹ ਤਾਂ ਗੱਲ ਸੁਣੀ ਹੋਈ ਸੀ ਉਸ ਦੀ। ਉਹ ਕੁਦਰਤੀ ਜੰਗਲ ਦੇ ਵਿੱਚ ਕਲਪ ਬਿਰਸ਼ ਖੜਾ ਤੇ ਉਹ ਖੜ ਗਿਆ ਜਾ ਕੇ। ਉਸਨੇ ਉਸ ਬਿਰਸ਼ ਦੇ ਹੇਠਾਂ ਖੜ ਕੇ ਕਿਹਾ ਵੀ ਸੁਣਿਆ ਵੀ ਜੰਗਲ ਦੇ ਵਿੱਚ ਸ਼ੇਰ ਹੁੰਦੇ ਨੇ, ਖੜਾ ਤੀ ਕਲਪ ਬਿਰਸ਼ ਹੇਠਾਂ। ਬਾ ਫੁਰਨਾ ਕਰਿਆ ਨਹੀਂ, ਜਦੇ ਸ਼ੇਰ ਆ ਗਿਆ। ਸਾਥ ਜਦੇ ਹੀ ਸ਼ੇਰ ਆ ਗਿਆ। ਇਹ ਜਾਣੀ ਸੁਭਾਵ ਹੁੰਦਾ ਵਸਤੂ ਦਾ। ਆਓ ਇਤਨਾ ਸਰਜ ਕਿੰਨਰ ਤਾਰਾਂ ਦੇ ਸਾਜ਼ ਵਜਾਉਣ ਵਾਲੇ ਗਵਈਏ ਗੰਧਰਵ, ਚਮੜੇ ਜੋੜੀ ਆਦਿ ਕੇ ਵਜਾਉਣ ਵਾਲੇ ਗੰਧਰਵ, ਹੋਰ ਪਛਣਾ ਨਾ ਸਾਜ। ਇਤਨਾ ਸਰਜ ਹੈ, ਰੁਕਾਟ ਹੈ, ਉੱਡੀ ਹੈ। ਕਿਸੇ ਦੇ ਧਾਰੀ ਨੂੰ ਉਤਨੇ ਪਦਾਰਥ ਨਹੀਂ ਹਨ, ਪਰ ਸਾਧ ਸੰਗਤ ਉਹ ਤਾਂ ਮਾਨੇ ਨੂੰ ਪੁੱਜਦਾ ਜਿਵੇਂ ਭੱਠ ਦੇ ਵਿੱਚ ਦਾਣਾ ਪੁੱਜਦਾ ਹੁੰਦਾ। ਪਦਾਰਥਾਂ ਨੇ ਸ਼ਾਂਤ ਨਾ ਕਰਿਆ। ਪਦਾਰਥਾਂ ਦੇ ਵਿੱਚ ਸ਼ਾਂਤੀ ਹੋਈ ਨਹੀਂ, ਕਿਵੇਂ ਕਰ ਦੇਣਗੇ? ਇਸ ਦੇ ਮਨ ਨੂੰ ਤਾਂ ਨਾਮ ਨੇ ਸ਼ਾਂਤ ਕਰਨਾ ਹੈ। ਪੜੋ ਪ੍ਰੇਰਣਾ ਕਦੇ ਜਪ ਲੋ, ਹੁਣੇ ਹੀ ਲੱਗ ਜਾਓ। ਮਨ ਸ਼ਾਂਤ ਨਾ ਹੋਵੇ ਜੀਵ ਨਾ ਹਾਰੇ, ਸ਼ਾਂਤ ਨਾ ਹੋਵੇ ਜੀਵ ਨਾ ਹਾਰੇ।
ਦੱਸਿਆ ਵੀ ਪਦਾਰਥਾਂ ਦੇ ਵਿੱਚ ਤਿੰਨ ਕਾਲ ਸੁਖ ਨਹੀਂ ਹੈ। ਆਓ ਇੰਦਰ ਨੂੰ ਸੁਖ ਨਾ ਪ੍ਰਾਪਤ ਹੋਇਆ ਪਦਾਰਥਾਂ ਦੇ ਵਿੱਚੋਂ। ਕਿਸੇ ਮਹਾਂਪੁਰਸ਼ ਦੀਆਂ 100 ਸਾਲ ਲੱਕੜਾਂ ਢੋਂਦਾ ਰਿਹਾ। ਮਹਾਤਮਾ ਜਾਣਦੇ ਸਨ ਸਭ ਕੁਛ। ਪੁੱਛਣ ਲੱਗੇ ਵੀ ਪ੍ਰੇਮੀਆਂ ਤੂੰ ਲੱਕੜਾਂ ਢੋਣਾ, ਤੇਰੀ ਕੀ ਭਾਵਨਾ ਹੈ, ਕੀ ਚਾਹੁੰਦਾ ਤੂੰ? ਉਹ ਇੰਦਰ ਕਹਿਣ ਲੱਗਿਆ ਮਹਾਰਾਜ ਜੀ ਮੈਂ ਸਰਗ ਦਾ ਰਾਜਾ ਇੰਦਰ ਹਾਂ। ਫੇਰ ਲੱਕੜਾਂ ਢੋਣਾ ਹੈ। ਕਹਿੰਦਾ ਮੈਂ ਸ਼ਾਂਤੀ ਵਾਸਤੇ ਲੱਕੜਾਂ ਢੋਣਾ। ਮਹਾਂਪੁਰਸ਼ ਕਹਿਣ ਲੱਗੇ ਐ ਦੇਵਰਾਜ ਸਵਰਗ ਦੇ ਵਿੱਚ ਸ਼ਾਂਤੀ ਨਹੀਂ ਹੈ। ਹਾਂ ਪੁੰਨ ਦਾ ਫਲ ਸਵਰਗ ਇੰਦਰ ਪਦਵੀ ਤਾਂ ਮਿਲ ਗਈ ਤੈਨੂੰ, ਇਹ ਜਾਣੀ ਨਾਸੀ ਪਦਵੀ ਹੈ, ਵਿਨਾਸੀ ਪਦਵੀ ਨਹੀਂ ਹੈ। ਸੁਖ ਨਹੀਂ ਉੱਥੇ ਪਦਾਰਥਾਂ ਦਾ ਫਲ ਹੈ, ਭੁਗਤਲਾ। ਸੁਖ ਤਾਂ ਨਾਮ ਦੇ ਵਿੱਚ ਆ, ਨਾਮ ਉੱਥੇ ਜਪ ਨਹੀਂ ਸਕਦਾ। ਨਾਮ ਤਾਂ ਹੈ ਮਾਤ ਲੋਕ ਦੇ ਵਿੱਚ ਕਰਮ ਭੂਮੀ ਮੰਨਿਆ। ਇਹ ਜਿਹੜਾ ਮਾਤ ਲੋਕ ਹੈ, ਇਸ ਮਾਤ ਲੋਕ ਦੇ ਕੀਤੇ ਹੋਏ ਕਰਤੱਵ ਜਿਹੇ ਜੇ ਕਰਦਾ ਫਿਰ ਅਗਲਿਆਂ ਲੋਕਾਂ ਦੇ ਵਿੱਚ ਜਾ ਕੇ ਫਲ ਭੁਗਤਦਾ। ਆਹ ਦੱਸਿਆ ਨਾ ਵਿਸ਼ਟਾ ਕੇ ਕੀੜੇ। ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਨਿਮਿਤਕ। ਨਿਮਿਤਕ ਕੀ? ਰਾਵਣ ਤੇ ਕੁੰਭਕਰਨ ਜਿਹੜੇ ਨਿਆਈ ਰਾਜੇ ਸਨ, ਪਰਮੇਸ਼ਰ ਦੀ ਖਲਕ ਨੂੰ ਦੁਖੀ ਕਰਦੇ ਸੀ, ਉਹਨਾਂ ਨੂੰ ਮਾਰਨ ਵਾਸਤੇ ਅਵਤਾਰ ਹੋਇਆ ਸੀ। ਵਿਸ਼ਨੂੰ ਦਾ 14 ਕਲਾਮ ਅਵਤਾਰ ਹੋਏ ਨੇ ਰਾਮ ਚੰਦਰ ਜੀ। ਉਹਨਾਂ ਦੀ ਸਵਾਹ ਲੱਗੀ ਹੋਈ ਹੈ ਤੇ ਵਜ਼ੀਰ ਮਸ਼ੀਰ ਐਲਕਾਰ ਕਿ ਉਹ ਅਵਤਾਰ ਹੋਣ ਦੇ ਨਾਤੇ ਰਿਸ਼ੀ ਪੁਨੀ ਵੀ ਬੈਠੇ ਨੇ ਵਿੱਚ, ਮਹਾਤਮਾ ਉਹਨਾਂ ਦਾ ਗੁਰੂ ਵੀ ਬੈਠਾ ਵਿਸ਼ਿਸ਼ਟ। ਤਾਂ ਬੈਠਿਆਂ ਬੈਠਿਆਂ ਰਾਮ ਚੰਦਰ ਜੀ ਸਾਹਮਣੇ ਕੰਧ ਤੇ ਇੱਕ ਕੀੜਾ ਚੜ੍ਹਦਾ। ਉਹਦੀਆਂ ਪਿਛਲੀਆਂ 2 ਟੰਗਾਂ ਟੁੱਟੀਆਂ ਹੋਈਆਂ ਨੇ। ਉਹ ਹੱਸਦੇ ਨੇ ਉਸ ਨੂੰ ਦੇਖ ਕੇ। ਵਸ਼ਿਸ਼ਟ ਜੀ ਨੇ ਪੁੱਛਿਆ ਰਾਮ ਜੀ ਆਪ ਹੱਸਦੇ ਕਿਉਂ? ਕਹਿਣ ਲੱਗੇ ਮੁਨੀ ਜੀ ਹੱਸਦੇ ਤਾਂ ਅਸੀਂ ਉਹ ਕੀੜਾ 2 ਟੰਗਾਂ ਟੁੱਟੀਆਂ ਨੇ, ਵਿਚਾਰਾ ਕੰਧ ਤੇ ਚੜ੍ਹਨਾ ਚਾਹੁੰਦਾ, ਚੜ੍ਹ ਨਹੀਂ ਹੁੰਦਾ, ਟੰਗਾਂ ਦੇ ਵਿੱਚ ਬਲ ਨਹੀਂ ਹੈ। ਵਸ਼ਿਸ਼ਟ ਜੀ ਕਹਿਣ ਲੱਗੇ ਫਿਰ ਹੱਸਣ ਦਾ ਕਾਰਨ ਕੀ ਹੋਇਆ? ਇਹ ਤਾਂ ਠੀਕ ਹੈ, ਇਹਦੀਆਂ ਟੰਗਾਂ ਨਹੀਂ, ਚੜ੍ਹ ਨਹੀਂ ਹੁੰਦਾ ਇਹਦੇ ਕੋਲ। ਕਹਿੰਦੇ ਮਨੀਸ਼ਰ ਇਹ ਜਿਹੜਾ ਕੀੜਾ ਹੈ ਨਾ, ਕੀੜਾ ਇਹਦੀਆਂ 2 ਟੰਗਾਂ ਟੁੱਟੀਆਂ ਹੋਈਆਂ, ਕੰਧ ਤੇ ਨਹੀਂ ਚੜ੍ਹ ਹੁੰਦਾ। ਇਹ 14 ਦਫਾ ਸਰਗ ਦਾ ਰਾਜਾ ਇੰਦਰ ਬਣ ਚੁੱਕਿਆ ਹੈ। ਦੇਖ ਲਿਆ ਪਦਾਰਥ। ਪਦਾਰਥਾਂ ਦੇ ਵਿੱਚ ਸੁਖ ਨਹੀਂ ਗੁਰਮੁਖੋ, ਨਾਮ ਦੇ ਵਿੱਚ ਸੁਖ ਹੈ।
ਬਾਣੀ ਦੇ ਵਿੱਚ ਸੁਖ ਹੈ, ਪਿਆਰ ਦੇ ਵਿੱਚ ਸੁਖ ਹੈ, ਪਰਉਪਕਾਰ ਦੇ ਵਿੱਚ ਸੁਖ ਹੈ। ਹੋਰ ਪਦਾਰਥਾਂ ਦੇ ਵਿੱਚ ਸੁਖ ਨਹੀਂ ਲੱਭੇਗਾ। ਜਾਂ ਇੰਦਰ ਸਵਰਗ ਦੇ ਰਾਜੇ ਨੂੰ ਸੁਖ ਨਾ ਲੱਭਿਆ, ਆਪਾਂ ਕੀ ਕਿਹੜੇ ਬਾਗ ਦੀ ਮੂਲੀਆਂ ਆਪਾਂ। ਆਓ ਸੁਖ ਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਪੜੋ ਪ੍ਰੇਮ ਦੇ ਨਾਲ। ਨਿਸ਼ਠਾ ਕੇ ਕੀੜੇ ਜੀ, ਨਿਸ਼ਠਾ ਕੇ ਕੀੜੇ ਜੀ, ਨਿਸ਼ਠਾ ਕੇ ਕੀੜੇ ਜੀ, ਨਿਸ਼ਠਾ ਕੇ ਕੀੜੇ ਜੀ। ਦੱਸਦੇ ਨੇ ਵੀ ਪਦਾਰਥਾਂ ਦੇ ਵਿੱਚ ਕਦੇ ਸ਼ਾਂਤੀ ਨਹੀਂ ਆਵੇਗੀ। ਦੱਸਦੇ ਨੇ ਨਾ ਵੀ ਬਿਨਾਂ ਹਰ ਨਾਮ ਨਾ ਸ਼ਾਂਤ ਹੋਏ। ਜਿੰਨਾ ਚਿਰ ਇਨਸਾਨ ਸਿੱਖ ਕੋਈ ਮੱਤ ਦਾ ਚਾਹੇ ਪੁਰਾਣੀ ਮੱਤ ਹੈ, ਜਿੰਨਾ ਚਿਰ ਨਾਮ ਰੂਪ ਨੂੰ ਛੱਡ ਕੇ ਵਾਹਿਗੁਰੂ ਦੇ ਨਾਲ ਸੁਰਤ ਨਹੀਂ ਜੋੜਦਾ, ਇਹ ਸੁਖ ਦੇ ਦੇਵਤੇ ਦਾ ਮੂੰਹ ਨਹੀਂ ਦੇਖ ਸਕਦਾ। ਠੀਕ ਆ, ਦੁਨੀਆ ਬਥੇਰੀ ਮਰੀ ਜਾਂਦੀ ਹੈ ਪਦਾਰਥ ਕਲਪ ਦੀ ਗੁਰਮੁਖੋ। ਉਸ ਦੀ ਕੋਈ ਬੁੱਕਤ ਨਹੀਂ, ਗਿਣਤੀ ਨਹੀਂ ਹੈ ਕੋਈ ਉਸ ਦੀ। ਗਿਣਤੀ ਤਾਂ ਸਿੱਖ ਦੀ ਆ ਜਿਹੜਾ ਪਰਮੇਸ਼ਰ 'ਚ ਭੇਦ ਹੁੰਦਾ, ਉਹਦੀ ਗਿਣਤੀ ਆ ਗੁਰਮੁਖੋ। ਦੂਏ ਦੀ ਕੋਈ ਗਿਣਤੀ ਨਹੀਂ ਹੈ। ਜੇ ਗਿਣਤੀ ਹੁੰਦੀ ਫਿਰ ਸਵਰਗ ਦਾ ਰਾਜਾ ਕੀੜਾ ਕਿਉਂ ਬਣਦਾ? ਨਹੀਂ ਨਹੀਂ, ਸਿੱਖ ਨੇ ਜਿਹੜੇ ਉਹ ਤਾਂ ਉਤਲਿਆਂ ਲੋਕਾਂ ਨੂੰ ਜਾਂਦੇ ਨੇ। ਕਬੀਰ ਸਾਹਿਬ ਨੇ ਦੱਸਿਆ, ਦਾਸ ਕਬੀਰ ਚੜਿਓ ਗੜ ਉੱਪਰ ਰਾਜ ਲਿਓ। ਜਿਹੜਾ ਨਾਸ ਨਹੀਂ ਹੁੰਦਾ ਅਵਿਨਾਸ਼ੀ। ਅਵਿਨਾਸ਼ੀ ਕੌਣ ਹੈ? ਨਿਰਗੁਣ ਵਾਹਿਗੁਰੂ ਹੈ। ਉਹਦੇ 'ਚ ਭੇਦ ਹੁੰਦੇ ਨੇ ਜਾ ਕੇ, ਫਿਰ ਉਹ ਦੁਨੀਆ 'ਚ ਨਹੀਂ ਆਉਂਦੇ। ਪੜੋ ਪ੍ਰੇਮ ਨਾਲ ਦੱਸਿਆ, ਰਾਜ ਲਿਓ ਅਵਿਨਾਸ਼ੀ ਹਰੀ ਜਿਆ ਭਾਗਨਾ। ਰਾਜ ਲਿਓ ਅਵਿਨਾਸ਼ੀ ਹਰੀ
ਕਲਗੀਧਰ ਮਹਾਰਾਜ ਜੀ ਸਮੇਤ ਸਿੱਖਾਂ ਦੇ ਆ ਜੰਗਲ ਦੇ ਇਲਾਕੇ ਨੂੰ ਪਵਿੱਤਰ ਕਰਦੇ ਜਾਂਦੇ ਨੇ। ਜੰਗਲ ਦੇ ਵਿੱਚ ਹੀ ਤੁਰੇ ਜਾਂਦੇ ਨੇ। ਅੱਗੇ ਤਿੱਤਰ ਦੀ ਆਵਾਜ਼ ਆਈ। ਕਲਗੀਧਰ ਮਹਾਰਾਜ ਜੀ ਨੇ ਘੋੜਾ ਖੜਾ ਕਰ ਲਿਆ। ਘੋੜਾ ਖੜਾ ਕਰਕੇ ਪੰਗਤੀ ਪੜੀ। ਭੂਮੀਆਂ ਭੂਮ ਉੱਪਰ ਨਿਤ ਲੂਝੇ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੇ। ਇਉਂ ਪੰਗਤੀ ਪੜੀ। ਪੜੋ ਬਰਨਾ। ਭੂਮੀਆਂ ਭੂਮ ਉੱਪਰ ਨਿਤ ਮਹਾਰਾਜ ਪੰਗਤੀ ਪੜੀ। ਸਿੱਖ ਕਹਿਣ ਲੱਗੇ ਮਹਾਰਾਜ ਜੀ ਕਿਹਦੇ ਪ੍ਰਤੀ ਪੜੀ ਆ ਪੰਗਤੀ? ਕਹਿੰਦੇ ਆ ਤਿੱਤਰ ਬੋਲਦਾ ਨਹੀਂ ਸੁਣਦਾ ਤੁਹਾਨੂੰ? ਕਹਿੰਦੇ ਸੁਣਦਾ ਤਾਂ ਹੈ। ਕਹਿੰਦੇ ਇਸ ਇਲਾਕੇ ਦਾ ਇਹ ਰਾਜਾ ਸੀ ਪਹਿਲਾਂ, ਹੁਣ ਇਹ ਹੋ ਕੇ ਲੈ ਲੈ ਰੋਂਦਾ ਵੀ ਮੈਂ ਕਿਸੇ ਟਾਈਮ ਇਸ ਇਲਾਕੇ ਦਾ ਰਾਜਾ ਸੀ, ਹੁਣ ਤਿੱਤਰ ਬਣ ਗਿਆ। ਜਿਹੜੀ ਤ੍ਰਿਸ਼ਨਾ ਸਾਧ ਸੰਗਤ ਦੱਸਿਆ ਨਾ, ਇਹਦਾ ਸੁਭਾਵ ਹੈ ਪਦਾਰਥਾਂ ਦਾ। ਫਿਰ ਮਹਾਰਾਜ ਕਹਿੰਦੇ ਵੀ ਇਸ ਨੂੰ ਫੜਨਾ, ਨਾਲੇ ਕੱਖੋਂ ਕਾਣਾ ਇਹ ਤਿੱਤਰ। ਤਿੱਤਰ ਬਣਨਾ ਕੋਈ ਸਕਾਲਾ ਹੁੰਦਾ? ਪਰ ਉਦਮ ਨਾਲ ਹਰ ਇੱਕ ਚੀਜ਼ ਜਿੱਤੀ ਜਾਂਦੀ ਹੈ ਗੁਰਮੁਖ। ਉਦਮ ਨਾਲ ਤਾਂ ਮੌਤ ਵੀ ਜਿੱਤੀ ਜਾਂਦੀ ਹੈ। ਖੈਰ ਸਿੱਖਾਂ ਨੇ ਤਿੱਤਰ ਫੜਿਆ, ਤਜੀਆਂ ਹੋ ਗਏ ਲੀੜੇ, ਲਹੂ ਲਹਾਨ ਹੋ ਗਏ ਸਿੱਖ। ਦਿਖਾ ਲਿਆ, ਕਹਿੰਦੇ ਦੇਖੋ ਆ ਇੱਕ ਆਖੇ ਦੀ ਕਹਾਣੀ ਹੈ, ਹੋ ਕੇ ਲੈਂਦਾ ਅਜੇ ਵੀ ਇਹਦੀ ਤ੍ਰਿਸ਼ਨਾ ਨਹੀਂ ਬੁਝੀ ਗੁਰੂ। ਜਾਣੀ ਪਦਾਰਥਾਂ ਦਾ ਸੁਭਾਵ ਹੈ ਰਾਗ ਦੁਆਇਸ਼ਾ ਤ੍ਰਿਪਤੀ। ਜਾਣੀ ਰੱਜ ਨਹੀਂ ਆਉਂਦਾ ਪਦਾਰਥਾਂ ਦੇ ਨਾਲ, ਕੋਈ ਰੱਜਿਆ ਅੱਜ ਤਾਈਂ। ਦਾਦੇ ਨੇ ਵੀ ਸਾਰੀਆਂ ਪੁਰੀਆਂ ਦੇ ਪਦਾਰਥ ਬੰਨ ਕੇ ਕਿਸੇ ਦੇ ਅੱਗੇ ਰੱਖ ਦਿਓ, ਫੇਰ ਵੀ ਨਹੀਂ ਰੱਜੇਗਾ। ਉਹ ਇੱਕ ਮਹਾਂਪੁਰਸ਼ ਤੁਰੇ ਜਾਂਦੇ ਨੇ, ਕਪੀਨ ਮਾਤਰ ਪਾਈ ਹੋਈ ਆ, ਪਰਮੇਸ਼ਰ ਦੇ ਰੰਗਾਂ ਦੇ ਵਿੱਚ ਰੱਤੇ ਹੋਏ ਨੇ। ਤੁਰਿਆਂ ਜਾਂਦਿਆਂ ਜਾਂਦਿਆਂ ਨੰਗੇ ਪੈਰ ਸਨ, ਮਿੱਟੀ ਧੁੱਦਲ ਹੁੰਦੀ ਸੀ ਅੱਗੇ। ਪੈਰ ਲੱਗਾ ਮਿੱਟੀ ਦੇ ਵਿੱਚ, ਇੱਕ ਮੋਹਰ ਨਿਕਲ ਆਈ। ਉਹਨਾਂ ਨੇ ਦੇਖ ਲਈ ਵੀ ਮੋਹਰ ਆ, ਫਿਰ ਕਹਿੰਦੇ ਸਾਡੇ ਕਿਸ ਕੰਮ ਹੈ ਮੋਹਰ? ਫਿਰ ਉਹਨਾਂ ਨੇ ਕਿਹਾ ਵੀ ਬੇਅਰਥ ਜਾਂਦੀ ਹੈ, ਕਿਸੇ ਗਰੀਬ ਨੂੰ ਦੇ ਦਿਆਂਗੇ, ਉਹ ਵਿਚਾਰਾ 4 ਦਿਨ ਤੌੜੀ 'ਚ ਨੂਣ ਪਾ ਲੇਗਾ ਗਰੀਬ। ਖੈਰ ਮੋਹਰ ਚੱਕ ਲਈ। ਤੁਰੇ ਜਾਂਦਿਆਂ ਅੱਗੇ ਕੀ ਦੇਖਿਆ, ਬਹੁਤ ਲਾਂਡਾ ਖਾਂਡਾ ਆਉਂਦਾ।
कोई राजा दूए राजे ते चढ़ाई करी आउंदा ओहदा राज खोण वास्ते, आपने ते सबर नहीं आया। अतृप्ति है ना ये जिहड़े पदार्थ ने सुभाव पदार्थ का विच हुंदा फिर लागू हुंदा। खैर उसनूं पुछया जिहड़े नौकर सन, कहंदे फलाने इलाके का राजा है, फलाने इलाके के राजे दे चढ़ाई करके चलिया शस्त्र दे के उहदा राज अपने कब्जे करेगा। वो महापुरुष कहंदे इस कंगाल नूं देवांगे मोहर। कंगाल जिहड़ा कहंदे तरसालू पुरुष ना, तरसालू वो कहंदे वो कंगाल है, जिन्हों कोई इच्छा नहीं वस्तु दी, वो कहंदे बादशाहां दा बादशाह। खैर हाथी दे उहदे च बैठा आउंदा है, एहलकार वजीर मशीर हुंदे ने इन्हां लोकां दे नाल। वो महात्मा ने चला के मोहर हौदे च मारी, हाथी कढ़ा लिया। वजीर नूं कहण लगा पुछा कोई गरीब है, शरीर करके गरीब है, अंदरली अवस्था नहीं तां देखी राजा। गुरु साहब जी ने भी सिख की अवस्था दसी है, अवस्था टुटी झूफड़ी, चीर सब छिन्ना, जात ना पत ना आदरो ध्यान प्रमिना, मित्र ना हिट तन रूपहीन, किस साख ना सिन्ना, पर राजा सगली सृष्ट का। एक वस्तु होवे दे कोल हर नाम मन पिन्ना, जिहदे अंदर नाम आ गया ना सारी दुनिया का राजा कौन है? परमेश्वर, होर तां नहीं कोई हो सकता। उत्थे परमेश्वर की कला कम कर दिया, उन्होंने इउं दसिया पढ़ो प्रेम दे नाल।
ਦੱਸਿਆ ਦੇਖ ਲਓ ਗੁਰਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਉਸਦਾ ਕੋ ਨਾ ਸਾਕ ਨਾ ਸੰਬੰਧ ਹੈ, ਰੋਈਆਂ 'ਚ ਫਿਰਦਾ, ਨਾ ਮਿੱਤਰ ਹੈ, ਨਾ ਰੂਪ ਹੀ ਚੰਗਾ ਹੈ, ਪਰ ਜੇ ਇੱਕ ਵਸਤੂ ਹੈ ਨਾ ਉਹਦੇ ਕੋਲ ਮਹਾਰਾਜ ਕਹਿੰਦੇ ਜਿਹੜਾ ਉਸਦਾ ਖਿਆਲ ਹੈ, ਸੁਰਤ ਹੈ, ਉਹ ਨਾਮ ਦੇ ਵਿੱਚ ਭੇਦ ਹੋ ਗਈ ਨਾ, ਤਾਂ ਕਹਿੰਦੇ ਸਾਰੀ ਦੁਨੀਆ ਦਾ ਉਹ ਰਾਜ ਹੈ। ਉਹ ਇੱਕ ਰਾਜ ਹੈ ਕੋਈ, ਉਸ ਨੂੰ ਫੁੱਲਾਂ ਦੀ ਸੇਜਾ ਤੇ ਪੈਣ ਦਾ ਸ਼ੌਂਕ ਹੈ। ਇਹਨਾਂ ਦੇ ਮਾਲੀ ਮਾਲਣਾ ਇਹੋ ਜਿਹਾ ਰੱਖਿਆ ਹੁੰਦਾ, ਬਾਗਾਂ ਦੇ ਵਿੱਚ ਫੁੱਲ ਲਾਏ ਹੁੰਦੇ ਨੇ। ਆਹ ਮੁਲਕ ਤਾਂ ਹੈ ਹੀ ਫੁੱਲਾਂ ਦਾ ਵਸਿੰਦਾ ਸਾਰਾ, ਤੇ ਮਾਲਣ ਫੁੱਲ ਤੋੜ ਕੇ ਕੱਲਾ ਕੱਲਾ ਕਰਕੇ ਉਹਦੀ ਛੇਜ ਤੇ ਬੈਠ ਕੇ ਲੋ ਚਾਹੇ ਬਾ, ਇਹ ਤਾਂ ਗੁਜਰਾਨ ਨੇ ਕਰਨੀ ਹੈ। ਕੀ ਬੈਡਾਂ ਨੇ ਕਰ ਦੇਣਾ ਤੇਰਾ? ਬੈਡਾਂ ਨੇ ਕੁਛ ਨਹੀਂ ਸਾਰਨਾ ਤੇਰਾ, ਤੇਰਾ ਕਰਨੀ ਨੇ ਸਾਰਨਾ ਜੋ ਸਾਰਨਾ। ਫੁੱਲ ਵਿਛਾਉਂਦੀ ਫਿਰ ਉਹ ਰਾਜਾ ਸੇਜਾ ਦੇ ਉੱਤੇ ਆਰਾਮ ਕਰਦਾ। ਇਸ ਤਰ੍ਹਾਂ ਉਸਨੇ ਫੁੱਲ ਵਿਛਾਏ, ਉਸ ਮਾਲਣ ਦੇ ਮਨ ਦੇ ਵਿੱਚ ਫੁਰਨਾ ਹੋ ਗਿਆ ਬਈ ਰਾਜਾ ਇਹ ਸੇਜਾ ਉੱਤੇ ਪੈਂਦਾ, ਬੜੀ ਨੀਂਦ ਆਉਣੀ, ਬੜਾ ਸੁੱਖ ਆਉਣਾ ਹੋਵੇ ਨਾ ਤਾਂ ਮੈਂ ਪੈ ਕੇ ਦੇਖ ਲਾਂ, ਰਾਜਾ ਤਾਂ ਹੈ ਹੀ ਨਹੀਂ ਇੱਥੇ ਹੁਣ। ਉਹ ਦੇਖੋ ਕਿਹਾ ਜਾ ਫੁਰਨਾ ਕਰਿਆ ਉਸਨੇ, ਇਹ ਵੀ ਭਲੇ ਦਾ ਹੀ ਹੈ ਕੁਛ। ਖੈਰ ਉਹ ਲੇਟ ਗਈ ਸੇਜਾ ਦੇ ਉੱਤੇ, ਥੱਕੀ ਹੋਈ ਸੀ ਵਿਚਾਰੀ, ਸਾਰਾ ਦਿਨ ਦੀ ਗੁੱਡਦੀ, ਨੀਂਦ ਆ ਗਈ। ਨੀਂਦ ਆਉਣ ਤੋਂ ਰਾਜਾ ਆ ਗਿਆ। ਰਾਜ ਨੇ ਦੇਖਿਆ ਵੀ ਇੱਕ ਬਹੁਤ ਅਦਨਾ ਨੌਕਰ ਮੇਰੀ ਸੇਜ ਤੇ ਪਿਆ, ਉਹਦੇ ਹੱਥ ਦੇ ਵਿੱਚ ਬੈਂਤ ਦੀ 5-7 ਮਾਰੀਆਂ ਜੋੜ ਕੇ ਮਾਲਣ ਦੇ ਟੂਹੇ 'ਚ। ਮਾਲਣ ਪਲੰਗ ਤੋਂ ਉਸ ਤੋਂ ਥੱਲੇ ਉਤਰ ਗਈ, ਨਾਲੇ ਤਾਂ ਰੋਂਦੀ ਹੈ ਨਾਲੇ ਹੱਸਦੀ ਹੈ, ਦੋ ਗੱਲਾਂ ਕਰਦੀ ਹੈ। ਰਾਜਾ ਦੇਖ ਕੇ ਹੈਰਾਨ ਹੋ ਗਿਆ, ਐ ਮਾਲਣ ਮੈਂ ਤੇਰੇ ਬੈਂਤਾਂ ਮਾਰੀਆਂ, ਮੈਨੂੰ ਪਤਾ ਵੀ ਬੈਂਤਾਂ ਮਾਰੀਆਂ ਦਾ ਦੁੱਖ ਹੁੰਦਾ, ਤੂੰ ਰੋਨੀ ਤਾਂ ਹੀ ਹੂੰ, ਦੱਸ ਵੀ ਹੱਸਦੀ ਕਿਵੇਂ ਤੂੰ? ਉਹ ਮਾਲਣ ਕਹਿਣ ਲੱਗੀ ਰਾਜਾ ਸਲਾਮਤ, ਮੇਰੀ ਗਲਤੀ ਆ, ਹੋਰ ਮਾਰ ਮੇਰੇ ਬੈਂਤਾਂ। ਜਾਣੀ ਇੱਕ ਸੇਵਕ ਸਵਾਮੀ ਦੇ ਸੇਜ ਤੇ ਪੈ ਜਾਵੇ, ਕਿਤਨੀ ਗਲਤੀ ਹੈ।
ਕਹਿਣ ਲੱਗਾ ਤੂੰ ਹੱਸਣ ਦਾ ਭਾਵ ਦੱਸ ਬਈ ਹੱਸਦੀ ਕਿਉਂ ਆ ਤੂੰ? ਉਹ ਮਾਲਣ ਕਹਿੰਦੀ ਪੁੱਛਣਾ ਹੀ ਹੈ ਤੁਸੀਂ? ਕਹਿੰਦੇ ਹਾਂ ਦੱਸ। ਕਹਿਣ ਲੱਗੀ ਰਾਜਨ ਮੈਂ 5-7 ਮਿੰਟ ਸੇਜਾ ਦੇ ਉੱਤੇ ਪਈਆਂ, ਮੇਰੇ ਇਤਨਾ ਬੈਤਾਂ ਪਈਆਂ, ਤੂੰ ਇਹਦੇ ਤੇ ਰੋਜ਼ ਪੈਣਾ ਜਮਖਣੀ, ਤੇਰਾ ਕੀ ਹਾਲਤ ਕਰਨਗੇ ਤੇਰੀ। ਐਸੀ ਸੱਟ ਲੱਗੀ ਰਾਜੇ ਦੇ ਦਿਲ ਤੇ ਸਾਧ ਸੰਗਤ। ਕੋਈ ਟਾਈਮ ਹੁੰਦਾ, ਕੋਈ ਟਾਈਮ ਹੁੰਦਾ ਮਨ ਦੇ ਉੱਤੇ ਘਾਹ ਕਰ ਜਾਂਦੀ ਹੈ ਜਿਹੜਾ ਸ਼ਬਦ ਹੈ। ਤਾਂ ਹੀ ਦੱਸਿਆ ਨਾ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਮੋਏ ਮਿਲ ਗਿਆ ਪਰਾ ਕਲੇਜੇ। ਇਹ ਸਭ ਬਾਣੀ ਬਾਣ ਰੂਪ ਹੈ ਸਾਧ ਸੰਗਤ। ਬਾਣ ਹੈ ਜਿਹੜਾ ਤੁਸੀਂ ਚਿੱਲੇ 'ਚ ਚੜਾ ਕੇ ਮਾਰੋ, ਜੇ ਤਾਂ ਅੱਗੇ ਪੱਥਰ ਹੈ ਲੱਗੂ ਪੱਥਰ 'ਚ ਵੀ ਜਾ ਕੇ ਫਿਰ ਪਿੱਛੇ ਮੁੜਿਆ ਹੋਵੇਗਾ। ਜੇ ਹੋਵੇਗਾ ਪੋਲੀ ਜਗ੍ਹਾ ਸਾਰਾ ਬਾਣ ਖੁੱਭ ਜਾਵੇਗਾ। ਜਿਹੜੇ ਵਿਰਾਗੀ ਹਿਰਦੇ ਨੇ ਨਾ, ਜਿਨ੍ਹਾਂ ਨੂੰ ਰੱਬ ਦਾ ਪਿਆਰ ਹੈ, ਬਾਣੀ ਉੱਥੇ ਘਾਹ ਕਰ ਦਿੰਦੀ ਹੈ। ਪਰਮੇਸ਼ਰ ਦਾ ਯਾਨੀ ਦਰਵਾਜ਼ਾ ਖੋਲ ਦਿੰਦੀ ਹੈ ਬਾਣੀ, ਦਰਸ਼ਨ ਹੋ ਜਾਂਦੇ ਨੇ। ਠੀਕ ਹੈ ਜਕਾਰਾ ਜਾਣੀਏ ਜਿਹੜਾ ਹੁੰਦਾ ਨਾ, ਇਹ ਬਿਰਤੀ ਟਿਕੀ ਹੁੰਦੀ ਆ ਗੁਰਮੁਖ। ਜਕਾਰੇ ਹੁੰਦੇ ਨੇ ਜਿੱਥੇ ਕੋਈ ਸਿੰਘ ਸਭਾ ਹੈ ਜਾਂ ਕੋਈ ਇਕੱਠ ਹੋਵੇ ਕਿ ਉਹ ਹੁੰਦਾ ਹੀ ਜਕਾਰਿਆਂ ਵਾਲਾ ਹੀ ਹੁੰਦਾ। ਜਿੱਥੇ ਪਰਮਾਰਥ ਸੰਬੰਧੀ ਬਚਨ, ਉੱਥੇ ਤਾਂ ਦੂਏ ਨੂੰ ਦੂਏ ਦਾ ਸਾਹ ਨਹੀਂ ਸੁਣਨਾ ਚਾਹੀਦਾ। ਸਾਧ ਆਨੰਦ ਆਉਂਦਾ ਪੂਰਾ, ਪਰ ਉਹ ਤੇ ਰਿਹਾ ਨਹੀਂ ਗਿਆ ਪ੍ਰੇਮ 'ਚ। ਆਓ ਉਸਨੇ ਰਾਜ ਭਾਗ ਛੱਡ ਦਿੱਤਾ। ਹੁਣ ਉਹ ਕਿਸੇ ਝੀਲ ਦੇ ਕਿਨਾਰੇ ਜਾ ਕੇ ਬੰਦਗੀ ਸ਼ੁਰੂ ਕਰਤੀ। ਉਸਨੇ ਬੰਦਗੀ ਕਰਦਿਆਂ ਕਰਦਿਆਂ ਉਹਦੀ ਸੁਰਤ ਤੀ ਜਿਹੜੀ ਉਹ ਉਚਲੇ ਮੰਡਲਾਂ 'ਚ ਚਲੀ ਗਈ, ਜਾਣੀ ਪਰਮੇਸ਼ਰ ਦੇ ਵਿੱਚ ਭੇਦ ਹੋ ਗਈ। ਹੁਣ ਉਸ ਦਾ ਜਿਹੜਾ ਪੁੱਤਰ ਸੀ ਉਹ ਰਾਜਾ, ਉਸਨੇ ਕਿਹਾ ਵੀ ਮੇਰਾ ਪਿਤਾ ਫਲਾਣੇ ਝੀਲ ਦੇ ਕਿਨਾਰੇ ਰਹਿੰਦਾ ਵਿਚਾਰਾ ਸ਼ਬਰੀ ਵਿੱਚ, ਚਲੋ ਉਸ ਨੂੰ ਲੈ ਆਈਏ ਘਰ, ਬੰਦਗੀ ਘਰ ਵੀ ਹੋ ਸਕਦੀ ਹੈ। ਘਰ ਹੋ ਗਿਆ ਫੌਜਾਂ ਸਮੇਤ, ਵਜ਼ੀਰ ਮਸ਼ੀਰ ਜੋਗ ਸਵਿੰਦਾ ਹੈ। ਹੁਣ ਉਹ ਬੈਠਾ ਛਪਰੀ ਦੇ ਬਾਹਰਲੇ ਪਾਸੇ ਦਰਿਆ ਦੇ ਕਿਨਾਰੇ, ਝੀਲ ਕਹਿ ਲੋ ਚਾਹੇ। ਹੁਣ ਉਹ ਆਪਣੀ ਗੋਦੜੀ ਨੂੰ ਟਾਂਕੇ ਲਾਉਂਦਾ ਸੂਈ ਦੇ ਨਾਲ। ਜਾ ਕੇ ਉਸਨੇ ਆਪਣਾ ਪਿਤਾ ਸਮਝਦਿਆਂ ਨਮਸਕਾਰ ਕਰੀ। ਬੈਠ ਗਿਆ, ਸਾਰੇ ਵਜ਼ੀਰ ਵਸ਼ੀਰਾਂ ਨੇ ਵੀ ਕਰੀ। ਕਹਿਣ ਲੱਗਾ ਪਿਤਾ ਜੀ ਮੈਂ ਤਾਂ ਤੁਹਾਨੂੰ ਲੈਣ ਆਇਆ। ਕਿਉਂ ਭਾਈ? ਤੁਸੀਂ ਇੱਥੇ ਛਪਰੀ 'ਚ ਰਹਿੰਦੇ ਹੋ, ਚਲੋ ਉੱਥੇ ਮਹਿਲਾਂ ਦੇ ਵਿੱਚ ਰਹੋ, ਤੁਹਾਡਾ ਹੀ ਰਾਜ ਹੈ, ਉੱਥੇ ਬੰਦਗੀ ਕਰੀ ਜਾਓ, ਕੋਈ ਨਾ ਤੁਸੀਂ ਰਾਜ ਦੇ ਵਿੱਚ ਦਖਲ ਦਿਓ। ਉਹ ਕਹਿਣ ਲੱਗਿਆ ਆਪਣੇ ਪੁੱਤਰ ਨੂੰ, ਜਾ ਮੈਂ ਸਭ ਕੁਛ ਉੱਥੋਂ ਹੀ ਆਇਆ, ਉਸੇ ਰਾਜ 'ਚੋਂ ਹੀ ਆਇਆ। ਜੇ ਸੁਖ ਹੁੰਦਾ ਰਾਜ ਦੇ ਵਿੱਚ, ਮੈਂ ਕਾਹਨੂੰ ਫਿਰ ਇੱਥੇ ਆ ਕੇ ਛਪਰੀ ਦੇ ਵਿੱਚ ਰਹਿੰਦਾ। ਪਦਾਰਥਾਂ ਦੇ ਵਿੱਚ ਸੁੱਖ ਨਹੀਂ ਆ ਗੁਰਮੁਖੋ। ਅਗਿਆਨ ਦੇ ਵਸ ਹੋਇਆ ਆਦਮੀ ਵਿੱਚ ਹੀ ਡੰਡੇ ਖਾਈ ਜਾਂਦਾ, ਵਿਚਾਰ ਨਹੀਂ ਨਾ। ਖੈਰ ਉਹਨੇ ਬਹੁਤ ਕੁਛ ਕਿਹਾ। ਜਦੋਂ ਨਾ ਹੀ ਹਟਿਆ, ਉਹ ਜਿਹੜਾ ਸਾਧੂ, ਉਹ ਰਾਜਾ ਸਾਧੂ ਬਣਿਆ ਸੀ, ਉਸਨੇ ਸੂਈ ਵਿਚਰਤੀ ਝੀਲ ਦੇ। ਕਹਿੰਦਾ ਜੇ ਮੈਨੂੰ ਲਿਜਾਣਾ ਤਾਂ ਮੇਰੀ ਸੂਈ ਕੱਢ ਕੇ ਦੇ। ਉਹਦਾ ਪੁੱਤਰ ਕਹਿੰਦਾ ਪਿਤਾ ਜੀ ਇਹ ਤਾਂ 1 ਪੈਸੇ ਦੀਆਂ 12 ਸੂਈਆਂ ਆ ਜਾਂਦੀਆਂ ਨੇ, ਇਹਦਾ ਤੁਸੀਂ ਕੀ ਖਿਆਲ ਕਰਦੇ? ਕਹਿੰਦੇ ਨਹੀਂ, ਸੂਈ ਕੱਢ। ਫਿਰ ਉਹਨੇ ਫੌਜਾਂ ਵਾਲੀਆਂ, ਅਹਿਲਕਾਰ, ਵਜ਼ੀਰ ਮਸ਼ੀਰ, ਫਿਰ ਆਪ ਵੀ ਵੜਿਆ। ਸੂਈ ਭਲਾ ਝੀਲ ਚੋਂ ਕਿਵੇਂ ਨਿਕਲਿਆ? ਉਹ ਪਾਣੀ ਦੇ ਵਿੱਚੋਂ ਇੰਨੀ ਸੂਖਮ ਚੀਜ਼। ਹੰਬ ਕੇ ਬੈਠ ਗਿਆ। ਕਹਿੰਦਾ ਪਿਤਾ ਜੀ ਉਹ ਤਾਂ ਲੱਭਦੀ ਨਹੀਂ, ਲੱਭਦੀ ਨਹੀਂ। ਕਹਿੰਦੇ ਨਹੀਂ ਲੱਭਦੀ ਨਹੀਂ। ਉਹ ਫਿਰ ਰਾਜਾ ਜਿਹੜਾ ਸਾਧੂ ਬਣਿਆ ਸੀ, ਉਸਨੇ ਕਿਹਾ ਇਹ ਜਿਹੜਾ ਪਾਣੀਆਂ ਦਾ ਵਰਣ ਦੇਵਤਾ ਨਾ ਖਵਾਜਾ ਖਿਜਰ ਹੈ, ਉਸ ਨੂੰ ਕਿਹਾ ਲੈ ਵੀ ਮੇਰੀ ਸੂਈ ਕੱਢ ਕੇ ਲਿਆ। ਉਹ ਮੱਛੀ ਦੀ ਸ਼ਕਲ ਦੇ ਵਿੱਚ ਫੜੀ ਹੋਈ ਸੂਈ ਉਹਦੇ ਮੂਹਰੇ ਲਿਆ ਕੇ ਰੱਖ। ਕਹਿੰਦੇ ਜਾ ਭੱਜ ਜਾ, ਦੌੜ ਜਾ ਕਰ ਨੂੰ, ਤੇਰਾ ਤਾਂ ਇੱਕ ਇਲਾਕੇ ਤੇ ਹੀ ਰਾਜ ਹੈ, ਸਾਡਾ ਤਾਂ ਸਾਰੀ ਪ੍ਰਕਿਰਤੀ ਤੇ ਹੀ ਰਾਜ ਹੈ। ਇਹਨੂੰ ਸਾਰੀ ਦੁਨੀਆ ਦਾ ਰਾਜਾ ਮੰਨਿਆ ਗੁਰਮੁਖੋ। ਆਹ ਉਹੀ ਰਾਜਾ ਹੋਵੇਗਾ ਜਿਹੜਾ ਪਰਮੇਸ਼ਰ ਦੇ ਵਿੱਚੋਂ ਭੇਦ ਹੋ ਜਾਏਗਾ। ਉਹ ਜਿਹੜਾ ਸਾਧੂ ਹੈ, ਉਸਨੇ ਮੋਹਰ ਚਲਾ ਕੇ ਮਾਰੀ ਹੁੱਦੇ ਦੇ ਵਿੱਚ।
हाथी कढ़ा लिया। वजीर ने कहा भी आ गरीब तैनू की चाहिदा है, तैं मोहर भेंट करी है। वो कहने लगा मैं तो कोई मोहर भेंट नहीं करी आ राजे नू। कहता नहीं, कहता मैनू तो मोहर तुरे आउंदे नू मिल गई थी रस्ते दे विच। मैं कहा भी चलो किसी गरीब नू दे देंगे। जद मैं इत्थों दी लखिया आ के तो मैं पुछया, दसिया भी ये राजा ना जिहड़ा ये दूए राजे ते चढ़ाई करके चलिया, उसका राज खोण वास्ते चलिया। कहना मैं क्या भी जद इसनू अपने राज ते सवरना आया, दूए का खोण चलिया, ये कंगाल है, इसनू मोहर क्यों ना दे दी। मैं तो इउं करके मोहर सिੱਟੀ है, मैं लैना देना तेरे कोलों कुछ नहीं है। इउं साध संगत दसिया बई पदार्थां दे विच सुख नहीं है तिन काल, सुख तां परमेश्वर दे नाम दे विच है। कदे नाम नू तू मन दे विच वसा ला, सुखी हो जाएगा, वरना कदे सुख दे देवता दा तू मूँह नहीं देख सकदा। पढ़ो प्रेम नाल। इउं दस्सिया पदार्थां विच सुख नहीं है। शांति नाम तो बिना
सब टाइम हो गया। थोनू ਐਤਵਾਰ ਤੋਂ ਐਤਵਾਰ ਤਾਈਂ ਦੀਵਾਨ ਮਿਲੇ ਸਨ। ਅੱਜ ਐਤਵਾਰ ਹੈ, ਕੱਲ੍ਹ ਨੂੰ ਕਿਸੇ ਹੋਰ ਜਗ੍ਹਾ ਲੱਗਣਗੇ, ਤੁਹਾਨੂੰ ਦੱਸ ਦੇਣਗੇ। ਮੈਨੂੰ ਤਾਂ ਨਾਮ ਨਹੀਂ ਆਉਂਦੇ ਇਹਨਾਂ ਦੇ ਗੁਰਦੁਆਰਿਆਂ ਦੇ, ਅੰਗਰੇਜ਼ੀ 'ਚ ਨੇ। ਅਸੀਂ ਤਾਂ ਦੇਸੀ ਲੋਕ ਹਾਂ ਗੁਰੂ। ਆਓ ਹਮੇਸ਼ਾ ਦੇਸੀ ਹੀ ਰਹਿਣਾ ਚਾਹੀਦਾ। ਦੇਸੀ ਚੀਜ਼ ਦੇ ਵਿੱਚ ਤਾਕਤ ਹੁੰਦੀ ਆ। ਗੁਰੂ ਕੋਲ ਵੀ ਦੱਸ ਦਿੰਦਾ ਤੁਹਾਨੂੰ, ਦੋ ਹੀ ਕਿਸਮ ਦੀ ਤਾਕਤ ਹੁੰਦੀ ਹੈ, ਦੁਨਿਆਵੀ ਵੀ ਹੁੰਦੀ ਹੈ, ਆਤਮਾਵੀ ਵੀ ਹੁੰਦੀ ਹੈ। ਜਿਆਦਾ ਹੋਰ ਪਾਸੇ ਲੱਗ ਜਾਏਗਾ ਤਾਕਤ, ਦੋਏ ਤਾਕਤਾਂ ਲੂਜ ਹੋ ਜਾਣਗੀਆਂ ਇਸਦੀਆਂ। ਆਓ ਹੁਣ ਆਨੰਦ ਸਾਹਿਬ ਦੇ ਵਿੱਚ ਬੋਲਣਾ। ਉਸ ਤੋਂ ਬਾਅਦ ਫਿਰ ਗੁਰੂ ਸਤੋਤਰ ਦੇ ਵਿੱਚ ਜਿਹੜੇ ਅੱਗੇ ਨਹੀਂ ਬੋਲੇ ਉਹ ਵੀ ਜਵਾਨ ਦਾ ਟੁਕੜਾ ਪਵਿੱਤਰ ਕਰ ਲਓ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਅੱਗੇ ਅਰਦਾਸ ਦੇ ਵਿੱਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ। ਫਿਰ ਗੁਰੂ ਦਾ ਸੀਤ ਪ੍ਰਸ਼ਾਦ ਆ ਜੋ ਦੇਗ, ਉਹ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਸ਼ਾਂਤੀ ਨਾਲ ਜਾਣਾ। ਪੜੋ ਪ੍ਰੇਮ ਦੇ ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਸਾਰ ਸਤਿਗੁਰ ਪ੍ਰਸਾਦ। ਆਨੰਦ ਮਇਆ ਮੇਰੀ
Thank you.